ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਨੌਵੇਂ ਗੁਰਦੇਵ ਵੈਰਾਗ ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਬੈਠੀ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਗੁਰਸਿੱਖਾਂ ਦਾ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਦੋ ਸਿੱਖ ਆਏ ਨੇ ਜਿਹੜੇ ਜਾਤੀ ਕਰਕੇ ਬ੍ਰਾਹਮਣ ਸਨ। ਬੇਨਤੀ ਕੀਤੀ ਮਹਾਰਾਜ ਅਸੀਂ ਗੰਗਾ ਆਦਿਕਾਂ ਦੇ ਤੀਰਥਾਂ ਦੇ ਇਸ਼ਨਾਨ ਤੋਂ ਰਹਿਤ ਹੋ ਗਏ ਹਾਂ, ਨਾ ਅਸੀਂ ਵਰਤ ਰੱਖਦੇ ਹਾਂ, ਨਾ ਸੂਰਜ ਉਦੇ ਹੁੰਦਿਆਂ ਉਹਨੂੰ ਪਾਣੀ ਭੇਟ ਕਰਦੇ ਹਾਂ। ਵੇਦ ਬਾਣੀ ਵੇਦਾਂ ਤੇ ਸ਼ਾਸਤਰਾਂ ਦਾ ਜਿਹੜਾ ਪਾਠ ਹੈ ਉਹ ਅਸੀਂ ਛੱਡ ਦਿੱਤਾ, ਗੁਰਬਾਣੀ ਪੜ੍ਹਦੇ ਹਾਂ। ਪਰ ਜਿਹੜੇ ਸਾਡੀ ਬਰਾਦਰੀ ਦੇ ਹੋਰ ਬ੍ਰਾਹਮਣ ਨੇ ਉਹ ਸਾਨੂੰ ਆਪਣੇ ਵਿੱਚ ਬੈਠਣ ਨਹੀਂ ਦਿੰਦੇ। ਉਹ ਕਹਿੰਦੇ ਤੁਸੀਂ ਭ੍ਰਸ਼ਟ ਹੋ ਚੁੱਕੇ ਹੋ, ਬ੍ਰਾਹਮਣ ਹੋ ਕੇ ਇੱਕ ਖੱਤਰੀ ਨੂੰ ਆਪਣਾ ਗੁਰੂ ਬਣਾਇਆ ਹੈ, ਤੀਰਥਾਂ ਦੀ ਯਾਤਰਾ ਤੁਸੀਂ ਛੱਡ ਦਿੱਤੀ ਹੈ। ਅੰਮ੍ਰਿਤਸਰ ਤੀਰਥ ਜਿਹੜਾ ਗੁਰੂ ਜੀ ਨੇ ਬਣਾਇਆ ਉਹਦੇ ਤੇ ਜਾ ਕੇ ਇਸ਼ਨਾਨ ਕਰਦੇ, ਵੇਦਾਂ ਦਾ ਪਾਠ ਕਰਨਾ ਤੁਸੀਂ ਛੱਡ ਦਿੱਤਾ ਹੈ, ਵਰਤ ਰੱਖਣੇ ਤੁਸੀਂ ਛੱਡ ਦਿੱਤੇ ਨੇ। ਮਹਾਰਾਜ ਉਹ ਇਸ ਤਰ੍ਹਾਂ ਕਹਿ ਕੇ ਸਾਡਾ ਖੰਡਨ ਕਰਦੇ ਨੇ, ਅਸੀਂ ਉਹਨਾਂ ਨੂੰ ਕੀ ਜਵਾਬ ਦੇਈਏ। ਪੰਚਮ ਪਾਤਸ਼ਾਹ ਨੇ ਬਚਨ ਕੀਤਾ ਕਿ ਇੱਕ ਜਲ ਦਾ ਤੀਰਥ ਹੁੰਦਾ ਹੈ, ਪਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਮ ਦਾ ਵੀ ਤੀਰਥ ਹੈ। ਇੱਥੇ ਨਾਮ ਜਪਣ ਵਾਲੇ ਗੁਰਮੁਖ ਬ੍ਰਹਮ ਗਿਆਨੀਆਂ ਦਾ ਨਿਵਾਸ ਹੈ। 68 ਤੀਰਥ ਸਾਧੂਆਂ ਦੇ ਚਰਨਾਂ ਦੀ ਧੂੜ ਲੋਚਦੇ ਨੇ ਔਰ ਉਹ ਨਿਰਮਲ ਹੋਣਾ ਚਾਹੁੰਦੇ ਨੇ। ਉਹ ਵੀ ਨਿਰਮਲ ਹੋਣ ਵਾਸਤੇ ਇੱਥੇ ਅੰਮ੍ਰਿਤਸਰ ਸਾਹਿਬ ਹਾਜ਼ਰੀਆਂ ਭਰਦੇ ਨੇ। ਰਹੀ ਗੱਲ ਵੇਦਾਂ ਦੀ ਬਾਣੀ ਦਾ ਪਾਠ ਕਰਨ ਦੀ, ਵੇਦ ਸੰਸਕ੍ਰਿਤ ਵਿੱਚ ਲਿਖੇ ਹੋਏ ਕੋਈ ਵਿਰਲਾ ਵਿਰਲਾ ਪੜ੍ਹ ਸਕਦਾ, ਸਾਰੇ ਨਹੀਂ। ਫਿਰ ਉਹ ਵੀ ਵੇਦ ਪੜ੍ਹਨ ਵਾਸਤੇ ਕੋਈ ਬ੍ਰਾਹਮਣ ਹੀ ਪੜ੍ਹ ਸਕਦਾ ਹੈ, ਛਤਰੀ ਪੜ੍ਹ ਸਕਦਾ, ਸ਼ੂਦਰ ਵੈਸ਼ ਨਹੀਂ ਪੜ੍ਹ ਸਕਦੇ। ਪਰ ਗੁਰੂ ਨਾਨਕ ਸਾਹਿਬ ਜੋ ਆਪ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਨੇ ਇਸ ਮਾਤ ਲੋਕ ਦੀ ਧਰਤੀ ਤੇ, ਉਹਨਾਂ ਨੇ ਜਿਹੜੀ ਪਵਿੱਤਰ ਅੰਮ੍ਰਿਤ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਆ, ਧੁਰ ਕੀ ਬਾਣੀ। ਧੁਰ ਕੀ ਦਾ ਮਤਲਬ ਆ ਧੁਰ ਤੋਂ, ਜਿੱਥੋਂ ਸੰਸਾਰ ਦੀ ਉਤਪਤੀ ਹੋਈ ਹੈ, ਜਿੱਥੋਂ ਸਾਰਾ ਸੰਸਾਰ ਬਣਿਆ ਪੈਦਾ ਹੋਇਆ, ਇੱਥੇ ਉਸ ਧੁਰੇ ਦੀ ਗੱਲ ਹੋ ਰਹੀ ਹੈ। ਉਸ ਧੁਰੇ ਤੋਂ ਯਾਨੀ ਕਿ ਪ੍ਰਮਾਤਮਾ ਦੇ ਘਰ ਤੋਂ ਇਹ ਬਾਣੀ ਆਈ ਹੈ। ਗੁਰੂ ਪਾਤਸ਼ਾਹ ਨੇ ਆਪ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜਿਵੇਂ ਮੈਨੂੰ ਮੇਰੇ ਖਸਮ ਦੀ ਬਾਣੀ ਉਤਰਦੀ ਹੈ ਮੈਂ ਉਸੇ ਤਰ੍ਹਾਂ ਬੋਲਦਾ, ਯਾਨੀ ਕਿ ਧੁਰ ਤੋਂ ਆਈ ਹੈ ਇਹ ਬਾਣੀ। ਹੋਰ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਮਤਿ ਦਾ ਸਿਧਾਂਤ ਇਹਨਾਂ ਨੂੰ ਦੱਸ ਰਹੇ ਨੇ ਕਿ ਜਿਹੜਾ ਤੁਸੀਂ ਉਹਨਾਂ ਬ੍ਰਾਹਮਣਾਂ ਨੂੰ ਦੱਸ ਕੇ ਉਹਨਾਂ ਦਾ ਖੰਡਨ ਕਰ ਸਕਦੇ ਹੋ, ਉਹਨਾਂ ਦੀ ਵਿਚਾਰਧਾਰਾ ਤੇ ਤਰਕ ਕਰਕੇ
ਉਹਨਾਂ ਦੀ ਜਿਹੜੀ ਮਾਨਿਅਤਾ ਹੈ ਝੂਠੀ, ਉਹਦਾ ਖੰਡਨ ਕਰ ਸਕਦੇ ਹੋ। ਆਓ ਜਿੱਥੇ ਆਪਾਂ ਕੱਲ ਕਥਾ ਛੱਡੀ ਸੀ, ਉੱਥੋਂ ਹੀ ਇਸ ਕਥਾ ਦੀ ਲੜੀ ਨੂੰ ਅੱਗੇ ਵਿਚਾਰ ਦੇ ਧਾਗੇ 'ਚ ਪਰੋਈਏ, ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਆਪਣੇ ਤੇ ਆਪਣੇ ਪਰਿਵਾਰਾਂ ਦੇ ਭਲੇ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਲ ਕੇ ਜੀਵ ਉਧਾਰਨ ਕਾਰਨ। ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਕਰੇ ਵੇਦ ਤੇ ਸ਼ਬਦ ਉਚਾਰਨ। ਗੁਰੂ ਨਾਨਕ ਸਾਹਿਬ ਜੀ ਨੇ ਵੇਦਮਈ, ਵੇਦ ਦਾ ਇੱਥੇ ਅਰਥ ਹੈ ਗਿਆਨ, ਗਿਆਨਮਈ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ, ਜਿਹੜੇ ਗੁਰਬਾਣੀ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਉਜਾਗਰ ਹੋਏ ਹਨ। ਸਮਝੈ ਨਰ ਮਤ ਮੰਦ ਸੁਖਾਰੇ। ਔਰ ਸਤਿਗੁਰਾਂ ਦੀ ਗੁਰਬਾਣੀ ਥੋੜੀ ਬੁੱਧੀ ਵਾਲੇ ਮਨੁੱਖ ਵੀ ਸਮਝ ਜਾਂਦੇ ਨੇ। ਵੇਦ ਜਦੋਂ ਪੜ੍ਹਦੇ ਹੋਣ ਤਕਰੀਬਨ 12 ਸਾਲ ਦਾ ਸਮਾਂ ਲੱਗਦਾ ਕੱਲਾ ਵੇਦਾਂ ਨੂੰ ਪੜ੍ਹਨ ਵਾਸਤੇ। ਪਹਿਲਾਂ ਵਿਆਕਰਨ ਪੜ੍ਹਨੀ ਪੈਂਦੀ ਹੈ, ਲਘੂ ਸਿਧਾਂਤ, ਉਹਦੇ ਕਈ ਸੂਤਰ ਜ਼ੁਬਾਨੀ ਰੱਟਾ ਮਾਰ ਕੇ ਯਾਦ ਕਰਨੇ ਪੈਂਦੇ। ਫਿਰ ਨਿਰੁਕਤ ਪੜ੍ਹਨਾ ਪੈਂਦਾ, ਫਿਰ ਜੋਤਿਸ਼ ਪੜ੍ਹਨੀ ਪੈਂਦੀ ਹੈ, ਫਿਰ ਕਲਪ ਦਾ ਗਿਆਨ ਹੋਣਾ ਚਾਹੀਦਾ। 6 ਅੰਗ ਹੁੰਦੇ ਨੇ ਵੇਦਾਂ ਨੂੰ ਪੜ੍ਹਨ ਵਾਸਤੇ, ਉਹ ਪੂਰੇ ਹੋਣੇ ਚਾਹੀਦੇ। ਫਿਰ ਜਾ ਕੇ ਕਿਤੇ ਵੇਦ, ਉਹ ਵੀ ਫਿਰ ਕਿਸੇ ਦੀ ਬਹੁਤ ਤੀਕਸ਼ਣ ਬੁੱਧੀ ਹੋਵੇ ਉਹੀ ਸਮਝ ਸਕਦਾ। ਪਰ ਮਹਾਰਾਜ ਜੀ ਕਹਿੰਦੇ ਗੁਰਬਾਣੀ ਕਲਯੁਗ ਦੇ ਜਿਹੜੇ ਤੁੱਛ ਬੁੱਧੀ ਵਾਲੇ ਜੀਵ ਨੇ, ਇੰਨੀ ਸਰਲ ਤੇ ਸੌਖੀ ਬਾਣੀ ਮਹਾਰਾਜ ਜੀ ਨੇ ਉਚਾਰੀ ਹੈ ਕਿ ਉਹਨਾਂ ਨੂੰ ਵੀ ਸਮਝ ਪੈ ਜਾਏ, ਉਹਨਾਂ ਦਾ ਵੀ ਕਲਿਆਣ ਹੋ ਜਾਏ। ਉਹ ਵੀ ਜੀਵ ਇਸ ਸੰਸਾਰ ਤੋਂ ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਤਰ ਜਾਣ। ਕਰ ਉਪਦੇਸ਼ ਕਰੋੜੋਂ ਤਾਰੇ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਇੱਕ ਨਹੀਂ, ਦੋ ਨਹੀਂ, ਕਰੋੜਾਂ ਜੀਵਾਂ ਦਾ ਨਿਸਤਾਰਾ ਇਸ ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਕੀਤਾ ਹੈ। ਸੰਜਮ ਸੋ ਆਹਾਰ ਨਿਤ ਕਰਬੇ। ਮਹਾਰਾਜ ਜੀ ਕਹਿੰਦੇ ਦੂਜੀ ਗੱਲ, ਜਿਹੜੇ ਉਹ ਕਹਿੰਦੇ ਨੇ ਤੁਸੀਂ ਵਰਤ ਨਹੀਂ ਰੱਖਦੇ, ਮਹਾਰਾਜ ਕਹਿੰਦੇ ਸਿੱਖ ਦਾ ਵਰਤ ਰੋਜ਼ ਦਾ ਹੈ। ਉਹ ਤਾਂ ਕੱਲਾ ਇਕਾਦਸ਼ੀ ਨੂੰ ਹੀ ਵਰਤ ਰੱਖਦੇ ਨੇ ਨਾ, ਜਾਂ ਏਕਮ ਨੂੰ ਜਾਂ ਇਕਾਦਸ਼ੀ ਨੂੰ ਵਰਤ ਰੱਖਦੇ ਨੇ। ਮਹੀਨੇ 'ਚ 1-2 ਦਿਨਾਂ ਦਾ ਹੀ ਟਾਈਮ ਹੁੰਦਾ ਉਹਨਾਂ ਦਾ ਖਾਸ, ਜਦੋਂ ਵਰਤ ਰੱਖਦੇ ਨੇ। ਪਰ ਮਹਾਰਾਜ ਜੀ ਕਹਿੰਦੇ ਸਾਡੇ ਸਿੱਖ ਤਾਂ ਰੋਜ਼ ਦਾ ਵਰਤ ਰੱਖਦੇ ਨੇ। ਉਹ ਕਿਹੜਾ? ਸੰਜਮ ਦਾ ਖਾਣਾ, ਪੇਟ 'ਚ ਭੁੱਖ ਰੱਖ ਕੇ ਖਾਣਾ, ਸੰਜਮ ਦਾ ਖਾਣਾ, ਅਲਪ ਆਹਾਰ ਸੁਲਪ ਸੀ ਨਿੰਦਰਾ। ਇਹ ਵਰਤ ਸਾਡੇ ਸਿੱਖ ਰੋਜ਼ ਦਾ ਰੱਖਦੇ ਹਨ। ਇਹੋ ਇਕਾਦਸ਼ੀ ਸਿੱਖ ਬ੍ਰਤ ਧਰਬੇ। ਸਿੱਖਾਂ ਵਾਸਤੇ ਤਾਂ ਰੋਜ਼ ਦੀ ਇਕਾਦਸ਼ੀ ਹੈ, ਉਹਨਾਂ ਵਾਸਤੇ ਤਾਂ ਮਹੀਨੇ 'ਚ ਇੱਕ ਵਾਰੀ ਆਉਂਦੀ ਹੈ ਇਕਾਦਸ਼ੀ, ਪਰ ਸਿੱਖਾਂ ਦੀ ਇਕਾਦਸ਼ੀ ਰੋਜ਼ ਹੀ ਹੈ। ਸਿੱਖ ਰੋਜ਼ ਹੀ ਇਕਾਦਸ਼ੀ ਦਾ ਵਰਤ ਰੱਖਦੇ ਨੇ। ਥੋੜਾ ਖਾਣਾ, ਥੋੜਾ ਸੌਣਾ, ਇਹ ਰੋਜ਼ ਦਾ ਹੀ ਖਾਲਸੇ ਦਾ, ਸਿੱਖਾਂ ਦਾ ਵਰਤ ਹੈ। 15 ਦਿਵਸਨ ਮੈਂ ਸੋ ਆਵੇ। ਉਹ ਇਕਾਦਸ਼ੀ ਤਾਂ 15 ਦਿਨਾਂ ਬਾਅਦ ਕਿਤੇ ਇੱਕ ਵਾਰ ਆਉਂਦੀ ਹੈ। ਸੋ ਸਿੱਖਨ ਕੋ ਨਿਤ ਪ੍ਰਤ ਭਾਵੇ। ਪਰ ਸਿੱਖਾਂ ਨੂੰ ਤਾਂ ਉਹ ਇਕਾਦਸ਼ੀ ਰੋਜ਼ ਹੀ ਭਾਉਂਦੀ ਹੈ, ਯਾਨੀ ਕਿ ਸਿੱਖ ਤਾਂ ਰੋਜ਼ ਹੀ ਇਕਾਦਸ਼ੀ ਦਾ ਵਰਤ ਰੱਖਦੇ ਨੇ। ਥੋੜਾ ਖਾਣਾ, ਥੋੜਾ ਸੌਣ ਦਾ। ਸ਼੍ਰੀ ਨਾਮਦੇਵ ਵਾਕ ਰਾਮ ਸੰਗ ਨਾਮਦੇਵ ਜਨ ਕੋ ਪਰ ਤਗਿਆ ਆਈ।
ਭਗਤ ਨਾਮਦੇਵ ਜੀ ਦੇ ਬਚਨ ਮਹਾਰਾਜ ਜੀ ਨੇ ਸੁਣਾਏ। ਕਹਿੰਦੇ ਨਾਮਦੇਵ ਜੀ ਕਹਿੰਦੇ ਜਿਸ ਦਿਨ ਤੋਂ ਮੇਰੇ ਮਨ ਵਿੱਚ ਉਸ ਪਾਰ ਬ੍ਰਹਮ ਪ੍ਰਮਾਤਮਾ ਤੇ ਪ੍ਰਤੱਗਿਆ ਆ ਗਈ ਹੈ, ਭਾਵ ਮੇਰੇ ਹਿਰਦੇ 'ਚ ਜਿਸ ਦਿਨ ਤੋਂ ਉਸ ਪਾਰ ਬ੍ਰਹਮ ਪਰਮੇਸ਼ਰ ਤੇ ਪੂਰਨ ਤੌਰ ਤੇ ਭਰੋਸਾ ਵਿਸ਼ਵਾਸ ਤੇ ਯਕੀਨ ਵੱਜ ਗਿਆ ਹੈ, ਏਕਾਦਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ। ਉਸ ਦਿਨ ਤੋਂ ਬਾਅਦ ਨਾ ਤਾਂ ਹੁਣ ਸਾਨੂੰ ਏਕਾਦਸ਼ੀ ਦੇ ਵਰਤ ਰੱਖਣ ਦੀ ਲੋੜ ਰਹੀ ਹੈ ਤੇ ਨਾ ਹੀ ਸਾਨੂੰ ਕਿਸੇ ਤੀਰਥ ਤੇ ਜਾ ਕੇ ਨਹਾਉਣ ਦੀ ਜ਼ਰੂਰਤ ਰਹੀ ਹੈ। ਜਿਸ ਦਿਨ ਦਾ ਅਸੀਂ ਪ੍ਰਮਾਤਮਾ ਤੇ ਭਰੋਸਾ ਕਰ ਲਿਆ, ਪਰਮੇਸ਼ਰ ਤੇ ਯਕੀਨ ਬਣ ਗਿਆ, ਉਸ ਦਿਨ ਤੋਂ ਬਾਅਦ ਹੁਣ ਏਕਾਦਸ਼ੀ ਦੇ ਵਰਤਾਂ ਤੋਂ ਅਸੀਂ ਰਹਿਤ ਹੋ ਗਏ। ਹੁਣ ਸਾਨੂੰ ਤੀਰਥਾਂ ਤੇ ਜਾਣ ਦੀ ਕੀ ਜ਼ਰੂਰਤ ਹੈ? ਕਾਹੇ ਕੋ ਤੀਰਥ ਜਾਈ। ਹੁਣ ਅਸੀਂ ਕਾਹਨੂੰ ਤੀਰਥਾਂ ਤੇ ਜਾਣਾ? ਇਹ ਭਗਤ ਨਾਮਦੇਵ ਜੀ ਦੇ ਬਚਨ ਹਨ। ਜੋ ਪਈ ਵਿਪਰ ਜਾਤ ਤਨ ਕੇ ਅਭਿਮਾਨੀ। ਮਹਾਰਾਜ ਜੀ ਕਹਿੰਦੇ ਉਹ ਬ੍ਰਾਹਮਣ ਨੇ ਜਿਹੜੇ ਤੁਹਾਨੂੰ ਖੰਡਨ ਕਰਕੇ ਕਹਿੰਦੇ ਜੀ ਤੁਸੀਂ ਸਾਡੀ ਪੰਗਤ 'ਚ ਨਹੀਂ ਬਹਿ ਸਕਦੇ, ਤੁਸੀਂ ਭ੍ਰਸ਼ਟ ਹੋ ਗਏ ਹੋ। ਉਹਨਾਂ ਬਾਹਮਣਾਂ ਨੂੰ ਆਪਣੀ ਬਾਹਮਣ ਜਾਤੀ ਤੇ ਮਾਣ ਹੈ। ਉਹ ਮਾਨੀ ਨੇ, ਹੰਕਾਰੀ ਨੇ ਕਿ ਅਸੀਂ ਬ੍ਰਾਹਮਣ ਹਾਂ, ਸਾਡੀ ਕੁੱਲ ਬੜੀ ਉੱਚੀ ਹੈ। ਉਹ ਆਪਣੇ ਆਪ ਤੇ ਐਸਾ ਮਾਣ ਕਰਦੇ, ਤਨ ਅਭਿਮਾਨੀ ਹਨ। ਗੁਰ ਸਿੱਖ ਹੋਵਤ ਆਤਮ ਗਿਆਨੀ। ਉਹ ਤਨ ਅਭਿਮਾਨੀ ਨੇ, ਤਨ ਦਾ ਅਭਿਮਾਨ ਕਰਦੇ ਨੇ। ਪਰ ਦੂਜੇ ਪਾਸੇ ਜਿਹੜੇ ਸਾਡੇ ਸਿੱਖ ਨੇ ਉਹ ਤਨ ਅਭਿਮਾਨੀ ਨਹੀਂ, ਆਤਮ ਅਭਿਮਾਨੀ ਹਨ। ਯਾਨੀ ਕਿ ਸਿੱਖ ਸਰੀਰ ਤੇ ਮਾਣ ਨਹੀਂ ਕਰਦੇ, ਆਪਣੀ ਸਵੈ ਆਤਮਾ ਤੇ ਮਾਣ ਕਰਦੇ। ਉਹ ਤਨ ਤੇ ਆਤਮਾ ਦੇ ਗਿਆਨੀ ਹੁੰਦੇ ਹਨ। ਤਰੇ ਅਹੰਗ ਤਨ ਸੇ ਚੰਡਾਲ। ਮਹਾਰਾਜ ਜੀ ਕਹਿੰਦੇ ਜਿਹੜੇ ਆਪਣੇ ਸਰੀਰ ਤੇ ਮਾਣ ਕਰਦੇ ਨੇ ਨਾ, ਹਉਮੈ ਹੰਕਾਰ ਕਰਦੇ ਕਿ ਮਾਣ ਕਰਕੇ ਕਹਿੰਦੇ ਅਸੀਂ ਬ੍ਰਾਹਮਣ ਆ, ਅਸੀਂ ਬਾਹਮਣਾਂ ਦੇ ਘਰੇ ਜੰਮੇ ਆ, ਤੇ ਏਦਾਂ ਦਾ ਮਾਣ ਆਪਣੇ ਹਿਰਦੇ ਵਿੱਚ ਬ੍ਰਾਹਮਣ ਹੋਣ ਦਾ ਤਨ ਤੇ ਕਰਦੇ ਹਨ। ਪ੍ਰੀਤ ਚਰਮ ਚਰਬੀ ਕੇ ਨਾਲ। ਉਹ ਤਨ ਦੇ ਨਾਲ ਅਹੰਗ ਭਾਵ ਰੱਖਣ ਵਾਲੇ ਚੰਡਾਲ ਨੇ, ਜਿਨ੍ਹਾਂ ਦੀ ਪ੍ਰੀਤ ਆਪਣੇ ਸਰੀਰ ਦੇ ਨਾਲ ਚਰਬੀ ਤੇ ਚਮੜੇ ਨਾਲ ਹੈ। ਫਿਰ ਉਹ ਕਾਹਦੇ ਬ੍ਰਾਹਮਣ? ਜੇ ਚਮੜੇ ਨਾਲ ਪ੍ਰੀਤ ਕਰਦੇ ਫਿਰ ਉਹ ਤਾਂ ਚਮੜੇ ਦੇ ਨਾਲ ਪ੍ਰੀਤ ਕਰਨ ਵਾਲੇ ਚਮਾਰ ਹੋ ਸਕਦੇ ਨੇ, ਬ੍ਰਾਹਮਣ ਨਹੀਂ ਹੋ ਸਕਦੇ। ਪਰ ਜਿਨ੍ਹਾਂ ਨੂੰ ਇਹ ਚਮਾਰ ਕਹਿ ਕੇ ਨੀਵਾ ਕਹਿੰਦੇ ਨੇ, ਜੇ ਉਹਨਾਂ ਵਿੱਚੋਂ ਰਵਿਦਾਸ ਜੀ ਜੈਸੇ ਮਹਾਂਪੁਰਸ਼ ਪ੍ਰਮਾਤਮਾ ਦੀ ਬੰਦਗੀ ਕਰਕੇ ਬ੍ਰਹਮ ਨੂੰ ਵਿਚਾਰਦੇ ਨੇ, ਤੇ ਫਿਰ ਉਹ ਚਮਾਰ ਨਹੀਂ ਰਹਿ ਜਾਂਦੇ, ਬ੍ਰਾਹਮਣ ਹੋ ਜਾਂਦੇ ਨੇ। ਕਿਉਂਕਿ ਅਸਲ ਵਿੱਚ ਬ੍ਰਾਹਮਣ ਦੀ ਪਰਿਭਾਸ਼ਾ ਇਹ ਹੈ ਕਿ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹੀ ਅਸਲ ਵਿੱਚ ਬ੍ਰਾਹਮਣ ਹੈ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ। ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਨੂੰ ਪਛਾਣ ਲੈਂਦਾ ਹੈ। ਸਭ ਘਟ ਮੈਂ ਇੱਕ ਪੂਰਨ ਜਾਣਿਓ। ਜਿਹੜਾ ਸਾਰੇ ਘਟਾਵਾਂ ਵਿੱਚ ਇੱਕ ਪ੍ਰਮਾਤਮਾ ਨੂੰ ਪੂਰਨ ਰੂਪ ਵਿੱਚ ਜਾਣ ਲੈਂਦਾ ਹੈ ਕਿ ਸਭ ਘਟਾਂ ਵਿੱਚ ਉਹ ਪ੍ਰਮਾਤਮਾ ਪੂਰਨ ਹੈ, ਵਿਆਪਕ ਹੈ, ਇਹ ਜਾਣ ਲੈਂਦਾ, ਉਹੀ ਅਸਲ ਵਿੱਚ ਪੂਰਨ ਤੌਰ ਤੇ ਬ੍ਰਾਹਮਣ ਹੈ। ਉਹ ਕਿਸੇ ਬਰਾਦਰੀ 'ਚ ਪੈਦਾ ਹੋਇਆ ਹੋਵੇ, ਸ਼ੂਦਰਾਂ ਦੇ ਘਰੇ ਜਨਮਿਆ ਹੋਵੇ, ਤਾਂ ਵੀ ਉਹ ਬ੍ਰਾਹਮਣ ਹੈ। ਤੇ ਇੱਕ ਬ੍ਰਾਹਮਣ ਦੇ ਘਰ ਜੰਮ ਕੇ ਜਿਹੜਾ ਤਨ ਦਾ ਹੀ ਅਪਮਾਨ ਕਰੀ ਜਾਂਦਾ ਹੈ, ਉਹ ਬ੍ਰਾਹਮਣ ਨਹੀਂ ਹੋ ਸਕਦਾ, ਉਹ ਚੰਡਾਲ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰ ਲਵੇ ਔਰ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਨੂੰ ਵੇਖ ਲਵੇ, ਉਹੀ ਗੁਰਮਤਿ ਦੇ ਘਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਤ ਹਮਾਰੇ। ਭਗਤ ਕਬੀਰ ਜੀ ਨੇ ਵੀ ਇਹ ਬਚਨ ਉਚਾਰਨ ਕੀਤੇ ਨੇ ਆਪਣੀ ਰਸਨਾ ਤੋਂ। ਕਬੀਰ ਜੀ ਵੀ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਸਾਡੇ ਘਰ ਵਿੱਚ ਉਸੇ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ।
कहो कबीर जो ब्रह्म विचारै सो ब्राह्मण कहियत है हमारे। साडे घर विच ओनू ब्राह्मण कहा जाता है, साडी दृष्टि च ओ ब्राह्मण है जिहड़ा ब्रह्म दी विचार करदा। एक आया सी ब्राह्मण भगत कबीर नूं कहंदा तू शूदर जुलाया, तैनूं नहीं भगती करन दा हक। कबीर जी कहंदे बह जाओ, तेरे ब्राह्मण होण दा की सबूत है? कहंदा जी मैं ब्राह्मण दे घरे जम्मिया, ब्राह्मणी दे उदर तो पैदा होया। कबीर जी ने बड़ी ताड़ना करदियां ओनू फिर बोल कहे, जो तो ब्राह्मण ब्राह्मणी जाया तो आन बाट काहे नहीं आया। तेनू जमना नहीं सी चाहिदा, तेनू तो उगना चाहिदा सी। जे तू ब्राह्मण है तू तो धरती च उग के पैदा हुंदा। उसे रस्ते क्यों आया जिस रस्ते सारी दुनिया आउंदी है। कहते चल ठहर जा, आपां को होर निर्णय कर लेने। कबीर जी ने अपने पुत नूं आवाज मारी, कमालिया जा अंदरों एक छुरी लिया खरद। छुरी लियांदी, ब्राह्मण दा हथ फड़ के छुरी हथ च फड़ के मारन लगे। ब्राह्मण कहना आ की करन लगो, डर गया एकदम। कहते वेखण लगे आ भी तेरियां रगां दे विच दुध वगदा, तू तां ब्राह्मण है। वेखण लगे आ ते मैं अपना हथ भी कट के वेखदा, जे मेरे च लहू निकलिया, तेनू कट के तेरे चों दुध निकलिया तां समझ लवांगे तू ब्राह्मण ते मैं शूदर। पर जे मेरे हथ दे विचों भी रगां चों खून निकलदा ते तेरे भी, ते फिर तू किवें ब्राह्मण होया ते मैं किवें शूदर होया। बनाण वाले ने तां भेद रखिया ही नहीं। हम कत लोहू तुम कत दूध। वेखिए तां सही कट के। फिर जाके वो ब्राह्मण की बुद्धि टिकाणे ते आई। कहता जी फिर तुसी किहनू ब्राह्मण मनदे हो? कबीर जी ने फिर ये पंक्तियां कहियां, कहो कबीर जो ब्रह्म विचारै सो ब्राह्मण कहियत है हमारा। जेड़ा ब्रह्म दी विचार करदा वो साडी दृष्टि विच ब्राह्मण है। इसे समय साडे देश ते ब्राह्मणवादी बिरती इन्नी ज्यादा हावी रही है कि जेड़े शूदर वर्ण दे लोग सन उन्हां इंसानां नूं इंसान नहीं सन समझदे। जे किते मंदिर दे कोलों तो भी लंघदे दिस पैंदे, कन्नां च किते उन्हां दे वेद मंत्र पै जांदे, कन्नां च सिक्का ढाल के पा दित्ता जांदा सी। ये साडे हिंदुस्तान दा इतिहास सी। कि जे कोई शूदर भगती करदा ते भगवान रामचंद्र जी दे समय ते भगवान जी उहनूं जाके कतल कर दिंदे है भी तू भगती क्यों कीती है। समय दा त्रेते दा अवतार जाके शूदर दी हत्या कर दिंदा, तू भगती नहीं कर सकदा। जे किते जुबान तो राम भी कह लैंदा शूदर ते उहदी जुबान कट दित्ती जांदी सी। ये हिंदुस्तान का इतिहास रहा है। और ब्राह्मणी समाज जे ब्राह्मण का कुत्ता भी मर जाए किसी शूदर कोलों तां उहनूं फांसी ते टंग दिता जांदा सी ते ब्राह्मण शूदरां नूं मार मार के चमड़ा उधेड़ के टुकड़े टुकड़े कर देवे ते ब्राह्मण ते कोई कतल दा केस दर्ज नहीं सी हुंदा। ये तां कबीर जी वर्गे रविदास जी वर्गे महापुरुष जन्म लैके आए ते गुरु नानक पातशाह ने क्रांति की लहर लियांदी ना महापुरुषां ने इन्हां ब्राह्मणां नूं नकेड़ां पाईयां भी तुसीं ऐसा क्यों करदे जे, ये इंसान नहीं। जाति कर्म तो हुंदी है ना कि जन्म तो। जिहड़ी जात है वो जन्म तो नहीं कर्म तो बनती है। साडे देश विच अज भी कई गऊआं नूं मारन दे बुच्चड़खाने चलते हैं। तुसीं हैरान होवोगे वो गऊआं नूं मारन दे बुच्चड़खानिਆਂ दे जिहड़े मालक ने पता कौन ने?
ਬ੍ਰਾਹਮਣ ਉਹਨਾਂ ਗਊਆਂ ਦੇ ਬੁੱਚੜਖਾਨਿਆਂ ਦੇ ਮਾਲਕ, ਉਹਨਾਂ ਨੂੰ ਚਲਾਉਣ ਵਾਲੇ ਬ੍ਰਾਹਮਣ ਨੇ, ਜਿਹੜੇ ਗਊਆਂ ਦਾ ਮਾਸ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਆ। ਫਿਰ ਦੱਸੋ ਉਹ ਬ੍ਰਾਹਮਣ ਹੋਣਗੇ? ਚੰਡਾਲ ਨੇ। ਔਰ ਇੱਕ ਚੰਡਾਲ ਦੇ ਘਰ ਜਨਮ ਲੈ ਕੇ ਕੋਈ ਕਰਮ ਬ੍ਰਾਹਮਣਾਂ ਵਾਲੇ ਕਰਦਾ ਹੈ ਤਾਂ ਉਹ ਬ੍ਰਾਹਮਣ ਹੈ, ਕਿਉਂਕਿ ਕਰਮ ਤੋਂ ਜਾਤੀ ਹੈ, ਜਨਮ ਤੋਂ ਨਹੀਂ। ਮਨੂ ਨੇ ਜਿਹੜੀ ਜਾਤੀ ਬਣਾਈ ਸੀ ਨਾ, ਉਹ ਵਰਨ ਵੰਡ ਕੀਤੀ ਸੀ। ਉਹ ਲੋਕ ਜਿਹੜੇ ਜਿਹੜੇ ਉਸ ਵੇਲੇ ਕੰਮ ਕਰਦੇ ਸੀ, ਉਹਨਾਂ ਦੇ ਕੰਮਾਂ ਤੋਂ ਉਹਨਾਂ ਦੀਆਂ ਉਸ ਵੇਲੇ ਜਾਤੀਆਂ ਫਿਕਸ ਕਰ ਦਿੱਤੀਆਂ ਮਨੂ ਨੇ। ਇਹਨਾਂ ਲੋਕਾਂ ਨੇ ਇਹੋ ਜਿਹੇ ਹੱਦ ਤੱਕ ਉਹਨਾਂ ਨੂੰ ਆਪਣੇ ਕੋਲ ਗ੍ਰਹਿਣ ਕੀਤਾ ਔਰ ਕਹਿ ਦਿੱਤਾ ਜੀ ਜਿਹੜਾ ਬ੍ਰਾਹਮਣ ਹੈ ਇਹ ਭਗਵਾਨ ਜੀ ਦੀ ਛਾਤੀ ਤੋਂ ਪੈਦਾ ਹੋਇਆ, ਛਤਰੀ ਬਾਹਾਂ ਤੋਂ ਪੈਦਾ ਹੋਏ ਨੇ, ਵੈਸ਼ ਜਾਂਘਾਂ ਤੋਂ ਪੈਦਾ ਹੋਏ ਨੇ, ਸ਼ੂਦਰ ਪੈਰਾਂ ਤੋਂ ਪੈਦਾ ਹੋਏ ਨੇ। ਚਲੋ ਜੇ ਇਹਨਾਂ ਦੀ ਇਹ ਥਿਊਰੀ ਵੀ ਮੰਨ ਲਈਏ ਜਿਹੜੇ ਸ਼ੂਦਰ ਨੇ ਉਹ ਪੈਰਾਂ ਤੋਂ ਭਗਵਾਨ ਦੇ ਜਨਮ ਲੈ ਕੇ ਆਏ ਨੇ, ਪਰ ਹੋਏ ਤਾਂ ਭਗਵਾਨ ਦੇ ਸਰੀਰ ਚੋਂ ਹੀ ਪੈਦਾ ਨੇ ਨਾ, ਫਿਰ ਮਾੜੇ ਕਿਵੇਂ ਹੋ ਗਏ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਲੋ ਇਹ ਥਿਊਰੀ ਵੀ ਮੰਨ ਲਓ ਇਹਨਾਂ ਦੀ ਵੀ ਸ਼ੂਦਰ ਜਿਹੜੇ ਨੇ ਉਹ ਭਗਵਾਨ ਜੀ ਦੇ ਪੈਰਾਂ ਤੋਂ ਪੈਦਾ ਹੋਏ ਨੇ, ਪਰ ਹੋਏ ਤਾਂ ਭਗਵਾਨ ਦੇ ਸਰੀਰ ਚੋਂ ਹੀ ਪੈਦਾ ਨੇ। ਫਿਰ ਤੁਸੀਂ ਕਿਵੇਂ ਕਹਿ ਦਿਓ ਇਹਨਾਂ ਦੀ ਛਾਂ ਸਾਡੇ ਤੇ ਪੈ ਜੇ ਅਸੀਂ ਪਿੱਟੇ ਜਾਵਾਂਗੇ, ਅਸੀਂ ਭ੍ਰਿਸ਼ਟ ਹੋ ਜਾਵਾਂਗੇ। ਖੈਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ ਇਸ ਮਨੂਵਾਦੀ ਸੋਚ ਦਾ ਪੁਰਜ਼ੋਰ ਖੰਡਨ ਕੀਤਾ। ਆਖਿਆ ਹਰ ਇੱਕ ਨੂੰ ਹੱਕ ਹੈ, ਨਾਲੇ ਸਾਡੇ ਘਰ ਵਿੱਚ ਬ੍ਰਾਹਮਣ ਉਹਨੂੰ ਮੰਨਿਆ ਜਾਂਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਉਹ ਕੋਈ ਵੀ ਕਰ ਲੈ। ਹਾਂਜੀ। ਹਾਡ ਚਰਮ ਮਿਜ ਸ਼੍ਰੋਨਤ ਮਾਸ, ਜਿਹੜੇ ਹੱਡ ਚੰਮ ਮਿੱਝ ਖੂਨ ਤੇ ਮਾਸ ਦੇ ਨਾਲ ਪ੍ਰੀਤ ਪਾਈ ਬੈਠੇ ਨੇ, ਧਰੇ ਪ੍ਰੀਤ ਚੰਡਾਲ ਆਵਾਸ। ਹੱਡ ਚੰਮ ਮਾਸ ਖੂਨ ਦੇ ਨਾਲ ਪ੍ਰੀਤ ਪਾਈ ਬੈਠੇ ਨੇ, ਉਹ ਤਾਂ ਚੰਡਾਲ ਨੇ। ਉਹ ਕਾਹਦੇ ਬ੍ਰਾਹਮਣ ਹੋਏ? ਜਿਹੜੇ ਸਰੀਰ ਦੇ ਉੱਤੇ ਹੀ ਮਾਣ ਕਰੀ ਬੈਠੇ। ਸਰੀਰ ਕਾਹਦਾ? ਹੱਡ ਚੰਮ ਮਾਸ ਮਿੱਝ ਦਾ ਸਮੂਹ ਹੈ। ਇਹਦੇ ਨਾਲ ਪ੍ਰੀਤ ਕਰਨ ਵਾਲੇ ਉਹ ਬ੍ਰਾਹਮਣ ਕਿਵੇਂ ਹੋ ਸਕਦੇ ਨੇ? ਉਹ ਤਾਂ ਚੰਡਾਲ ਹੋਏ। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ। ਇਹਨਾਂ ਨੂੰ ਮਹਾਰਾਜ ਜੀ ਕਹਿੰਦੇ, ਦੋਨਾਂ ਸਿੱਖਾਂ ਨੂੰ ਕਹਿੰਦੇ, ਤੁਸੀਂ ਹੋ ਅਸਲ ਵਿੱਚ ਬ੍ਰਾਹਮਣ, ਕਿਉਂਕਿ ਤੁਸੀਂ ਬ੍ਰਹਮ ਨੂੰ ਪਛਾਣ ਲਿਆ। ਤੁਸੀਂ ਅਸਲ ਵਿੱਚ ਇਹ ਹੋਦਾ ਵੀ ਜਨਮ ਕਰਕੇ ਵੀ ਬ੍ਰਾਹਮਣਾਂ ਦੇ ਘਰ ਜਨਮ ਹੋਇਆ ਸੀ ਇਹਨਾਂ ਦਾ, ਪਰ ਕਰਮ ਕਰਕੇ ਵੀ ਇਹ ਬ੍ਰਾਹਮਣ ਸਨ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਬ੍ਰਾਹਮਣ ਹੀ ਤੁਸੀਂ। ਉਹ ਤਾਂ ਸਾਰੇ ਚੰਡਾਲ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਸਾਡੇ 'ਚ ਨਹੀਂ ਬਹਿ ਸਕਦੇ, ਉਹ ਚੰਡਾਲ ਨੇ। ਤੁਸੀਂ ਅਸਲ ਵਿੱਚ ਬ੍ਰਾਹਮਣ ਹੋ ਕਿਉਂਕਿ ਤੁਸੀਂ ਬ੍ਰਹਮ ਨੂੰ ਪਛਾਣਿਆ ਹੈ। ਨਿਜ ਸਰੂਪ ਕੇ ਨਿਤ ਰੰਗ ਰਾਤਾ। ਤੁਸੀਂ ਆਪਣੇ ਨਿਜ ਸਰੂਪ ਦੇ ਰੰਗ ਵਿੱਚ ਰਤੇ ਹੋਏ ਹੋ। ਤਰਪਨ ਪਿੰਡ ਪਤਲ ਗਾਇਤਰੀ। ਕਹਿੰਦੇ ਫਿਰ ਜਿਹੜੀ ਇਹ ਗੱਲ ਕਹਿੰਦੇ ਤਰਪਣ ਦੀ, ਤਰਪਣ ਕਹਿੰਦੇ ਨੇ ਸੂਰਜ ਨੂੰ ਪਾਣੀ ਦੇਣਾ, ਪਿੰਡ ਪੱਤਲ ਕਿਰਿਆ ਕਰਨੀ, ਕਿਸੇ ਮੁਰਦੇ ਤੋਂ ਬਾਅਦ ਉਹਦੇ ਪਿੰਡ ਤਾਰਨੇ, ਫਿਰ ਗਾਇਤਰੀ ਦਾ ਮੰਤਰ ਜਪਣਾ। ਪਿੱਤਰ ਲੋਕ ਪ੍ਰਾਪਤ ਪਾਵਿਤਰੀ। ਇਹ ਕਹਿੰਦੇ ਨੇ ਸਾਰੀਆਂ ਚੀਜ਼ਾਂ ਪਵਿੱਤਰ ਪਿੱਤਰ ਲੋਕ ਨੂੰ ਪ੍ਰਾਪਤ ਕਰਦੀਆਂ ਹਨ। ਤੁਮ ਸਤਨਾਮ ਜਪੋ ਸੁਖ ਰਾਸ। ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਤੁਹਾਨੂੰ ਨਾ ਤਰਪਣ ਕਰਨ ਦੀ ਜ਼ਰੂਰਤ ਹੈ, ਨਾ ਗਾਇਤਰੀ ਪੜ੍ਹਨ ਦੀ ਜ਼ਰੂਰਤ ਹੈ, ਨਾ ਪਿੰਡ ਤਾਰਨ ਦੀ ਜ਼ਰੂਰਤ ਹੈ, ਨਾ ਸਰਾਧ ਕਰਨ ਦੀ ਜ਼ਰੂਰਤ ਹੈ। ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਇਹ ਜਪਿਆ ਕਰੋ, ਇਹ ਨਾਮ ਜਪਿਆ ਕਰੋ, ਜਿਹਦੇ ਚ ਸਾਰੇ ਹੀ ਸੁੱਖ ਹਨ। ਪਹੁੰਚੋ ਵਾਹਿਗੁਰੂ ਭਗਵਾਸ ਪਾਸ। ਇਹ ਗਾਇਤਰੀ ਆਦਿਕ ਦੇ ਮੰਤਰ ਪੜ੍ਹ ਕੇ ਤਾਂ ਬੰਦਾ ਪਿਤਰ ਲੋਕ ਤੱਕ ਹੀ ਪਹੁੰਚਦਾ ਨਾ। ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਜਪ ਕੇ ਵਾਹਿਗੁਰੂ ਦੇ ਪਾਸ ਹੀ ਪਹੁੰਚ ਜਾਓਗੇ, ਪਿਤਰ ਲੋਕ ਤਾਂ ਉਰੇ ਹੀ ਰਹਿ ਜਾਂਦਾ ਹੈ। ਵਾਹਿਗੁਰੂ ਦਾ ਜਾਪ ਜਪ ਕੇ ਵਾਹਿਗੁਰੂ ਦੇ ਘਰ ਵਿੱਚ ਹੀ ਪਹੁੰਚ ਜਾਓਗੇ, ਉੱਥੇ ਨਿਵਾਸ ਹੋਵੇਗਾ। ਪਿਤਰ ਲੋਕ ਸਿੱਖ ਬਾਛਤ ਨਾਈ। ਸਿੱਖ ਪਿਤਰ ਲੋਕ ਦੀ ਬਾਂਛਾ ਨਹੀਂ ਰੱਖਦੇ,
ਸਿੱਖ ਤਾਂ ਇਹ ਬਾਂਛਾ ਰੱਖਦੇ ਨੇ, ਹੇ ਪਾਰ ਬ੍ਰਹਮ ਅਸੀਂ ਤੇਰੇ ਸਰੂਪ ਵਿੱਚ ਮਿਲ ਕੇ ਅਭੇਦ ਹੋ ਜਾਈਏ। ਸਿੱਖ ਸਵਰਗ ਨਰਕ ਪਿੱਤਰ ਲੋਕ ਇਹਨਾਂ ਦੀ ਬਾਂਛਾ ਨਹੀਂ ਰੱਖਦਾ, ਇਹਨਾਂ ਦੀ ਇੱਛਾ ਨਹੀਂ ਰੱਖਦਾ। ਅਬਿਨਾਸ਼ੀ ਨਿਜ ਰੂਪ ਸਮਾਈ, ਸਿੱਖ ਆਪਣੇ ਅਬਨਾਸੀ ਰੂਪ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਜਿਮ ਸਭ ਛਿਤ ਕੋ ਨਿਰਪਤ ਪ੍ਰਪੰਨਾ, ਕਹਿੰਦੇ ਜਿਵੇਂ ਸਾਰੀ ਧਰਤੀ ਦਾ ਕੋਈ ਰਾਜਾ ਹੁੰਦਾ ਹੈ, ਏਕ ਗ੍ਰਾਮ ਤੇ ਹੋਏ ਨਾ ਪ੍ਰਸੰਨਾ। ਉਹ ਸਾਰੀ ਧਰਤੀ ਦਾ ਇੱਕ ਰਾਜਾ ਹੋਵੇ, ਉਹਨੂੰ ਇੱਕ ਪਿੰਡ ਦੇ ਦਿਓ ਛੋਟਾ ਜਿਹਾ ਵੀ ਤੂੰ ਆਹ ਰਾਜ ਛੱਡ ਕੇ ਆ ਪਿੰਡ ਲੈ ਲੈ, ਉਹ ਕਦੇ ਖੁਸ਼ ਨਹੀਂ ਹੋਵੇਗਾ ਵੀ ਮੈਂ ਏਡਾ ਵੱਡਾ ਰਾਜ ਛੱਡ ਕੇ ਸਾਰੀ ਧਰਤੀ ਦੇ ਇੱਕ ਨਿੱਕੇ ਜਿਹੇ ਪਿੰਡ ਨੂੰ ਮੈਂ ਕੀ ਕਰਨਾ। ਕਹਿੰਦੇ ਉਹ ਕਦੇ ਖੁਸ਼ ਨਹੀਂ ਹੁੰਦਾ। ਜੇ ਗਰੀਬ ਲੈ ਬੋਹਰ ਖਾਵੇ, ਪਰ ਜਿਹੜਾ ਕੋਈ ਗਰੀਬ ਹੋਵੇ ਵਿਚਾਰਾ, ਉਹਨੂੰ ਦੇ ਦਿਓ ਇੱਕ ਪਿੰਡ, ਉਹ ਬੜਾ ਖੁਸ਼ ਹੁੰਦਾ ਵੀ ਮੈਨੂੰ ਇੱਕ ਪਿੰਡ ਦਾ ਰਾਜ ਮਿਲ ਗਿਆ। ਪਰ ਇੱਕ ਪਿੰਡ ਛੋਟਾ ਜਿਹਾ ਇੱਕ ਰਾਜੇ ਨੂੰ ਦੇਣਾ ਚਾਹੋ, ਉਹਦੇ ਵਾਸਤੇ ਕੀ ਆ, ਉਹ ਕਹਿੰਦਾ ਮੈਂ ਕੀ ਕਰਨਾ ਹੈ, ਮੇਰੇ ਕੋਲ ਸਾਰੀ ਧਰਤੀ ਦਾ ਰਾਜ ਹੈ। ਪਰ ਜੇ ਕਿਸੇ ਗਰੀਬੜੇ ਨੂੰ ਉਹ ਇੱਕ ਪਿੰਡ ਦੇ ਦਿਓ, ਉਹ ਬੜਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ। ਤਿਮ ਨਰ ਕੀ ਪਿਤਰਨ ਪੁਰ ਪਾਵੇ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਨਾ, ਉਹ ਬਾਦਸ਼ਾਹ ਨੇ, ਉਹਨਾਂ ਨੂੰ ਸਾਰੀ ਧਰਤੀ ਦਾ ਰਾਜ ਮਿਲਿਆ ਪ੍ਰਮਾਤਮਾ ਦੇ ਰੂਪ ਦੇ ਵਿੱਚ ਭੇਦ ਹੋਣ ਦਾ। ਆਹ ਨਿੱਕੀ ਜੀ ਇੱਕ ਨਗਰੀ ਪਿੱਤਰ ਲੋਕ, ਛੋਟਾ ਜਿਹਾ ਪਿੰਡ, ਉਹਨਾਂ ਨੇ ਕੀ ਕਰਨਾ। ਆਹ ਜਿਹੜੇ ਬਾਹਮਣ ਗਰੀਬੜੇ, ਉਹਨਾਂ ਨੂੰ ਨਿੱਕਾ ਜਿਹਾ ਪਿੰਡ ਵੀ ਬੜਾ ਪਸੰਦ ਹੁੰਦਾ ਵੀ ਆਹ ਲੈ ਲੈਨੇ ਆ ਅਸੀਂ। ਸਾਡੇ ਸਿੱਖ ਮਹਾਰਾਜ ਜੀ ਕਹਿੰਦੇ ਬਾਦਸ਼ਾਹ ਨੇ, ਰਾਜੇ ਨੇ, ਉਹਨਾਂ ਰਾਜਿਆਂ ਨੂੰ ਇਹ ਛੋਟੀਆਂ ਮੋਟੀਆਂ ਨਗਰੀਆਂ ਦੇ ਰਾਜ ਨਹੀਂ ਚਾਹੀਦੇ। ਗੁਰ ਕੇ ਸਿੱਖ ਸਵਰਗ ਨੇ ਬਾਂਛੇ, ਸਿੱਖ ਸਵਰਗ ਦੀ ਬਾਂਛਾ ਵੀ ਨਹੀਂ ਰੱਖਦੇ। ਕਿੱਡਾ ਵੱਡਾ ਸਵਰਗ ਮੰਨਿਆ ਜਾਂਦਾ, ਪਰ ਸਿੱਖ ਸਵਰਗ ਦੀ ਇੱਛਾ ਵੀ ਨਹੀਂ ਰੱਖਦਾ। ਉਹ ਕਹਿੰਦਾ ਮਹਾਰਾਜ ਨਾ ਮੈਨੂੰ ਸਵਰਗ ਚਾਹੀਦਾ, ਨਾ ਮੈਨੂੰ ਪਿੱਤਰ ਲੋਕ ਚਾਹੀਦਾ। ਉਹ ਸਵਰਗ ਦੀ ਇੱਛਾ ਵੀ ਨਹੀਂ ਰੱਖਦਾ। ਬ੍ਰਹਮ ਰੂਪ ਪ੍ਰਾਪਤ ਜੇ ਆਛੇ, ਬ੍ਰਹਮ ਰੂਪ ਦੇ ਵਿੱਚ ਭਲੇ ਪ੍ਰਕਾਰ ਨਾਲ ਜਾ ਕੇ ਭੇਦ ਹੁੰਦੇ ਹਨ। ਸ਼੍ਰੀ ਅਰਜਨ ਤੇ ਨਿਰਨੇ ਸੁਨ ਕਰ। ਇਸ ਤਰ੍ਹਾਂ ਇਹਨਾਂ ਦੋਨਾਂ ਸਿੱਖਾਂ ਨੇ ਜੋ ਜਾਤੀ ਦੇ ਬ੍ਰਾਹਮਣ ਸਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲੋਂ ਇਹ ਸਿਧਾਂਤ ਸੁਣਿਆ। ਪਏ ਪ੍ਰਸੰਨ ਨਿਰਸੰਸੇ ਦਿਜ ਬਰ, ਹੋਵੇ ਬੜੇ ਪ੍ਰਸੰਨ ਹੋਏ। ਮਨ ਦੇ ਇਹਨਾਂ ਦੇ ਸਾਰੇ ਸ਼ੰਕੇ ਤਾਂ ਪਹਿਲਾਂ ਹੀ ਨਿਰਵਿਰਤ ਸੀ, ਹੁਣ ਉਹਨਾਂ ਬਾਹਮਣਾਂ ਨੂੰ ਜਵਾਬ ਦੇਣ ਜੋਗੇ ਹੋ ਗਏ ਜਿਹੜੇ ਇਹਨਾਂ ਤੇ ਕਿੰਤੂ ਕਰਦੇ ਸਨ। ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ, ਗੁਰੂ ਦੇ ਨਿਸ਼ਚੇ ਤੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬ੍ਰਹਮ ਦਾ ਸਰੂਪ ਇਹਨਾਂ ਦੇ ਹਿਰਦੇ 'ਚ ਉਜਾਗਰ ਹੋਇਆ। ਜਾਤ ਪਾਤ ਕੀ ਤਿਆਗੀ ਆਨ, ਇਹਨਾਂ ਨੇ ਜਾਤ ਪਾਤ ਦੀ ਜਿਹੜੀ ਆਣ ਸੀ ਉਹ ਤਿਆਗ ਦਿੱਤੀ, ਛੱਡ ਦਿੱਤੀ। ਜਾਤ ਕਾਨ ਗਾਡੀ ਪਗ ਬੇਰੀ, ਇਹ ਜਾਤੀਵਾਦ ਦੀਆਂ ਬੇੜੀਆਂ ਜਿਹੜੀਆਂ ਲੋਕਾਂ ਦੇ ਪੈਰਾਂ ਵਿੱਚ ਪਈਆਂ ਹੋਈਆਂ। ਬੰਦੇ ਦੁਖ ਪ੍ਰਾਪਤ ਭਉ ਬੇਰੀ, ਔਰ ਉਸੇ ਦੁੱਖ ਦੇ ਵਿੱਚ ਬੰਨੇ ਹੋਏ ਮੁੜ ਮੁੜ ਜੀਵ ਜੰਮਦੇ ਮਰਦੇ ਰਹਿੰਦੇ ਹਨ। ਬਿਨ ਗੁਰ ਕਰੁਣਾ ਛੂਟਤ ਨਾਈ, ਪਚੇ ਪਰੇ ਪਰਵਾਰ ਨਮਾਈ। ਇਹ ਜਾਤੀਵਾਦ ਦੀਆਂ ਬੇੜੀਆਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਕੱਟੀਆਂ ਜਾ ਸਕਦੀਆਂ। ਜਦੋਂ ਤੱਕ ਇਹ ਕੱਟੀਆਂ ਨਹੀਂ ਜਾਂਦੀਆਂ, ਉਦੋਂ ਤੱਕ ਜੀਵ ਇਹਨਾਂ ਬੇੜੀਆਂ ਵਿੱਚ ਹੀ ਪਚੇ ਹੋਏ। ਸਤਿਗੁਰੂ ਜੀ ਨੇ ਉੱਚੀ ਜਾਤ ਤੇ ਨੀਵੀਂ ਜਾਤ ਇਹ ਦੋਵੇਂ ਮੰਨੀਆਂ ਨੇ ਗੁਰਬਾਣੀ 'ਚ। ਤੁਸੀਂ ਆਖੋਗੇ ਕਿਵੇਂ? ਗੁਰਬਾਣੀ ਵਿੱਚ ਉੱਚੀ ਜਾਤੀ ਵਾਲਾ ਉਹ ਹੈ ਜਿਹੜਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ, ਤੇ ਨੀਵੀਂ ਜਾਤ ਵਾਲਾ ਉਹ ਹੈ ਜਿਹੜਾ ਉਸ ਰੱਬ ਨੂੰ ਵਿਸਾਰ ਦਿੰਦਾ ਹੈ। ਆਇਆ ਗੁਰਮਤਿ ਦਾ ਸਿਧਾਂਤ। ਹੋਰ ਕੋਈ ਉੱਚੀ ਨੀਵੀਂ ਜਾਤ ਨਹੀਂ ਗੁਰਮਤਿ ਵਿੱਚ। ਉੱਚੀ ਨੀਵੀਂ ਜਾਤ ਇਹ ਹੈ, ਨੀਵੀਂ ਜਾਤ ਇਹ ਆ ਖਸਮ ਵਿਸਾਰ ਹੈ ਤੇ ਕਮ ਜਾਤ।
ਜਿਹੜੇ ਰੱਬ ਨੂੰ ਵਿਸਾਰ ਦਿੰਦੇ ਨੇ ਉਹ ਕਮਜਾਤ, ਮਾੜੀ ਜਾਤ ਵਾਲੇ, ਨੀਚ ਜਾਤ ਵਾਲੇ, ਪਰ ਉਹਨਾਂ ਦੀ ਜਾਤ ਬੜੀ ਉੱਚੀ ਹੈ ਜਿਹੜੇ ਉਸ ਰੱਬ ਦੇ ਨਾਮ ਦੇ ਨਾਲ ਜੁੜੇ ਹੋਏ ਨੇ। ਆਹ ਸਿਧਾਂਤ ਗੁਰਮਤਿ ਦਾ ਹੈ। ਦੋਹਰਾ ਟੁੱਟੇ ਜੋਦਾ ਜਾਮ ਦਵੈ, ਸ਼੍ਰੀ ਅਰਜਨ ਟਿਗਿਆਏ। ਭਾਈ ਜੋਧਾ ਤੇ ਭਾਈ ਜਾਮੂ ਟੁੱਟੇ ਇਹਨਾਂ ਦਾ ਗੋਤਰ ਸੀ। ਇਹ ਦੋ ਸਿੱਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਆਏ ਹਨ। ਕਰ ਬੰਧਨ ਬੈਠੇ ਤਬੇ, ਬੂਝੇ ਸਹਿਜ ਸੁਭਾਏ। ਸਤਿਗੁਰਾਂ ਦੇ ਚਰਨਾਂ 'ਚ ਬੰਦਨਾ ਕਰਕੇ ਮਹਾਰਾਜ ਜੀ ਕੋਲ ਬੈਠ ਗਏ। ਸਹਿਜ ਸੁਭਾਏ ਮਹਾਰਾਜ ਜੀ ਨੂੰ ਪੁੱਛਦੇ ਨੇ, ਜੋ ਪਈ ਸ਼੍ਰੀ ਗੁਰ ਇਮੈ ਹੁਕਮ ਤੁਮਾਰੋ। ਕਹਿਣ ਲੱਗੇ ਸਤਿਗੁਰੂ ਜੀ ਤੁਹਾਡਾ ਹੁਕਮ ਇਸ ਪ੍ਰਕਾਰ ਨਾਲ ਹੈ, ਮਨ ਇਕਾਗਰ ਕਰ ਭਜਨ ਸੁਧਾਰੋ। ਮਹਾਰਾਜ ਜੀ ਤੁਹਾਡਾ ਹੁਕਮ ਹੈ ਕਿ ਮਨ ਨੂੰ ਇਕਾਗਰ ਕਰਕੇ ਪਰਮੇਸ਼ਰ ਦਾ ਭਜਨ ਕਰੋ। ਇਹ ਹੁਕਮ ਆਪ ਜੀ ਦਾ ਹੈ ਕਿ ਤੁਸੀਂ ਹੁਕਮ ਕੀਤਾ ਕਿ ਮਨ ਨੂੰ ਇਕਾਗਰ ਕਰਕੇ ਪਰਮੇਸ਼ਰ ਦਾ ਭਜਨ ਕਰੋ। ਕਰ ਹਾਰੇ ਹਮ ਅਨਕੀ ਉਪਾਏ। ਮਹਾਰਾਜ ਅਸੀਂ ਅਨੇਕਾਂ ਉਪਾਅ ਕਰਕੇ ਹਾਰ ਗਏ ਆ, ਥੱਕ ਗਏ ਆ ਬੜੇ ਯਤਨ ਕਰਕੇ। ਨਹੀਂ ਇਕਾਗਰਤਾ ਮਨ ਪਾਏ। ਮਹਾਰਾਜ ਸਾਡਾ ਮਨ ਇਕਾਗਰ ਨਹੀਂ ਹੋਇਆ। ਯਤਨ ਬੜੇ ਕੀਤੇ, ਉਪਾਅ ਬੜੇ ਕੀਤੇ, ਪਰ ਮਹਾਰਾਜ ਸਾਡਾ ਮਨ ਇਕਾਗਰ ਨਹੀਂ ਹੋ ਸਕਿਆ। ਸੁਨ ਸਤਿਗੁਰ ਕੈ ਉੱਤਰ ਤਿਨ ਕੋ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਇਹਨਾਂ ਨੂੰ ਕਹਿਣ ਲੱਗੇ, ਪ੍ਰਥਮ ਨ ਲਖੋ ਸੁਭਾਵ ਜੇ ਮਨ ਕੋ। ਮਹਾਰਾਜ ਜੀ ਕਹਿੰਦੇ ਸਿੱਖੋ ਇਹ ਦੱਸੋ ਕਿ ਜਦੋਂ ਤੁਸੀਂ ਬਾਣੀ ਨਹੀਂ ਸੀ ਪੜ੍ਹਦੇ, ਗੁਰੂ ਘਰ ਨਹੀਂ ਸੀ ਆਏ, ਮਨਮੁਖਾਂ ਵਾਲਾ ਜੀਵਨ ਬਤੀਤ ਕਰਦੇ ਸੀ, ਉਦੋਂ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਤੁਹਾਡਾ ਮਨ ਇਕਾਗਰ ਨਹੀਂ ਹੈ? ਕਹਿਣ ਲੱਗੇ ਜੀ ਨਹੀਂ, ਉਦੋਂ ਕੀ ਪਤਾ ਲੱਗਣਾ ਸੀ ਸਾਡੇ ਮਨ ਦਾ ਕਿ ਸਾਡਾ ਮਨ ਇਕਾਗਰ ਨਹੀਂ। ਮਹਾਰਾਜ ਕਹਿੰਦੇ ਕਦੋਂ ਦਾ ਪਤਾ ਲੱਗਣ ਲੱਗਾ? ਕਹਿੰਦੇ ਜੀ ਜਦੋਂ ਦੀ ਅਸੀਂ ਗੁਰਬਾਣੀ ਪੜ੍ਹਨ ਲੱਗੇ ਆ, ਆਪ ਜੀ ਦੇ ਚਰਨਾਂ 'ਚ ਆਏ, ਉਦੋਂ ਦਾ ਪਤਾ ਲੱਗਾ ਕਿ ਮਨ ਸਾਡਾ ਟਿਕਦਾ ਨਹੀਂ। ਪਹਿਲਾਂ ਨਹੀਂ ਸੀ ਪਤਾ ਲੱਗਦਾ। ਟਿਕਦਾ ਪਹਿਲਾਂ ਵੀ ਨਹੀਂ ਸੀ, ਪਰ ਪਹਿਲਾਂ ਪਤਾ ਨਹੀਂ ਸੀ ਲੱਗਦਾ, ਹੁਣ ਪਤਾ ਲੱਗਦਾ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਤੁਸੀਂ ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ, ਗੁਰੂ ਘਰ ਦੀ ਸ਼ਰਨ 'ਚ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਦਾ ਸੁਭਾਵ ਨਹੀਂ ਸੀ ਜਾਣਦੇ। ਲਗੇ ਪਛਾਨਨ ਅਬਗਤ ਅੰਤਰ। ਹੁਣ ਤੁਸੀਂ ਆਪਣੇ ਅੰਦਰ ਦੀ ਗਤ ਪਛਾਣਨ ਲੱਗ ਪਏ ਹੋ, ਤੁਹਾਨੂੰ ਪਤਾ ਲੱਗਣ ਲੱਗ ਪਿਆ ਵੀ ਤੁਹਾਡਾ ਮਨ ਨਹੀਂ ਟਿਕ ਰਿਹਾ, ਮਨ ਭੱਜ ਰਿਹਾ ਹੈ। ਇਸੀ ਯਤਨ ਮੈਂ ਰਹੋ ਨਿਰੰਤਰ। ਤੁਸੀਂ ਇਹ ਯਤਨ ਕਰਦੇ ਹੋ ਵੀ ਮਨ ਨੂੰ ਜੋੜੀਏ, ਜੇ ਭੱਜਦਾ ਉਹਨੂੰ ਫਿਰ ਜੋੜਨ ਦਾ ਯਤਨ ਕਰਦੇ ਹੋ। ਨਿਕਸੈ ਮਨ ਪੁਨ ਜੋਰੋ ਆਨ। ਮਹਾਰਾਜ ਕਹਿੰਦੇ ਇਹਦਾ ਮਤਲਬ ਤੁਸੀਂ ਤਰੱਕੀ ਕੀਤੀ ਹੈ, ਘਬਰਾਓ ਨਹੀਂ, ਤਰੱਕੀ ਕੀਤੀ ਹੈ, ਤੁਹਾਨੂੰ ਪਤਾ ਤਾਂ ਲੱਗ ਗਿਆ ਵੀ ਮਨ ਟਿਕਦਾ ਨਹੀਂ। ਕਹਿੰਦੇ ਹੁਣ ਏਦਾਂ ਕਰਿਆ ਕਰੋ ਵੀ ਜਦੋਂ ਮਨ ਦੌੜੇ ਨਾ ਗੁਰਬਾਣੀ ਪੜ੍ਹਦਿਆਂ, ਸਿਮਰਨ ਭਜਨ ਕਰਦਿਆਂ, ਤੇ ਮੋੜ ਕੇ ਫਿਰ ਇਹਨੂੰ ਬਾਰ-ਬਾਰ ਲਿਆਓ ਸ਼ਬਦ ਵਿੱਚ। ਇਹਨੇ ਭਜਣਾ, ਤੁਸੀਂ ਫਿਰ ਮੋੜ ਕੇ ਲਿਆਓ। ਇਹ ਕੰਮ ਚੱਲਦਾ ਰਹਿਣਾ ਚਾਹੀਦਾ। ਬਾਣੀ ਸਿਮਰਨ ਭਜਨ ਕਰਦਿਆਂ, ਕਥਾ ਕੀਰਤਨ ਸੁਣਦਿਆਂ ਮਨ ਟਿਕਦਾ ਨਹੀਂ, ਦੌੜੇ ਮੁੜ ਕੇ ਫਿਰ ਲੈ ਆਓ ਉੱਥੇ, ਸੁਣ ਬਈ ਕੀ ਹੋ ਰਿਹਾ ਬਚਨ ਮਹਾਰਾਜ ਜੀ ਦਾ। ਜਦੋਂ ਦੌੜੇ ਫਿਰ ਜੋੜ ਕੇ ਲੈ ਆਉਣਾ। ਕਹਿੰਦੇ ਜਿਵੇਂ ਦੌੜੇ ਇਹਨੂੰ ਮੋੜ ਕੇ ਲਿਆਉਣਾ ਹੈ। ਪੁਨ ਪੁਨ ਰੋਕੋ ਬਨ ਸਾਵਧਾਨ। ਗੁਰ ਸ਼ਬਦੀ ਮਨ ਹੋੜੀ ਹੈ, ਗੁਰੂ ਦੇ ਸ਼ਬਦ ਨਾਲ ਮੋੜ ਕੇ ਲਿਆਉਣਾ, ਇਹਨੂੰ ਸਾਵਧਾਨ ਹੋ ਕੇ ਰੋਕਣਾ ਬਾਰ-ਬਾਰ। ਸਹਿਜ ਸੁਭਾਇਤ ਥਿਰਤਾ ਹੋਏ। ਜੀ ਕਹਿੰਦੇ ਇੱਕ ਦਿਨ, 2 ਦਿਨ, ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ, 2 ਸਾਲ ਕਰਦੇ ਰਹੋਗੇ ਆ ਕੰਮ। ਇੱਕ ਦਿਨ ਐਸਾ ਆਵੇਗਾ ਜਿਸ ਦਿਨ ਮਨ ਬਿਲਕੁਲ ਹੀ ਟਿਕ ਜਾਏਗਾ,
ਫਿਰ ਇਹ ਭੱਜਣ ਨੱਠਣ ਤੋਂ ਰਹਿਤ ਹੋ ਜਾਏ। ਜਿਵੇਂ ਮਹਾਰਾਜ ਜੀ ਦੇ ਬਚਨ ਹੈ, ਬਨਾਸਨ ਭਾਜਨ ਥਾਕੇ। ਹੁਣ ਸਾਡਾ ਮਨ ਨੱਸਣ ਭੱਜਣ ਤੋਂ ਥੱਕ ਗਿਆ, ਜਾਂ ਤੁਸੀਂ ਥੱਕ ਜਾਓਗੇ ਜਾਂ ਇਹ ਥੱਕ ਜਾਏਗਾ। ਸੂਰਮੇ ਹੋ ਤੇ ਫਿਰ ਤੁਸੀਂ ਨਹੀਂ ਥੱਕਣਾ, ਇਹਨੂੰ ਥਕਾਉਣਾ, ਵੀ ਇਹ ਥੱਕ ਕੇ ਟਿਕ ਜਾਏ, ਇਕਾਗਰ ਹੋ ਜਾਏ। ਪਾਵੋ ਸ਼੍ਰੇ ਕਸ਼ਟ ਗਨ ਖੋਏ। ਇਸ ਤਰ੍ਹਾਂ ਕਰਕੇ ਤੁਸੀਂ ਸ਼੍ਰੇ ਨੂੰ ਪ੍ਰਾਪਤ ਹੋਵੋਗੇ, ਤੁਹਾਡੇ ਜਿੰਨੇ ਕਸ਼ਟ ਨੇ ਉਹ ਦੂਰ ਹੋਣਗੇ। ਸੁਨ ਉਪਦੇਸ਼ ਯਤਨ ਤੇ ਮਠਾਨਾ। ਮਹਾਰਾਜ ਜੀ ਦੇ ਬਚਨ ਸੁਣ ਕੇ ਸਿੱਖਾਂ ਨੇ ਇਹੀ ਯਤਨ ਕੀਤਾ। ਖਾਲਸਾ ਜੀ, ਇਹ ਪਰਿਸਥਿਤੀ ਸਾਡੀ ਵੀ ਹੈ, ਸਾਰਿਆਂ ਦੀ। ਮਨ ਇਕਾਗਰ ਨਾ ਹੋਣਾ ਇਹ ਸਾਡੇ ਹਾਲਾਤ ਵੀ ਨੇ। ਮਹਾਰਾਜ ਜੀ ਨੇ ਬੜਾ ਸੁੰਦਰ ਤਰੀਕਾ ਦੱਸਿਆ ਵੀ ਜਦੋਂ ਦੌੜੇ ਮੋੜ ਕੇ ਫਿਰ ਲੈ ਆਉਣਾ। ਕੋਈ ਨਹੀਂ ਦੌੜਦਾ ਨਾ, ਫਿਰ ਲੈ ਆਓ ਮੋੜ ਕੇ ਇਹਨੂੰ। ਜਦੋਂ ਜਾਵੇ ਫਿਰ ਲੈ ਆਉਣਾ, ਸ਼ਬਦ ਵਿੱਚ ਗੁਰਬਾਣੀ ਦੇ ਵਿੱਚ ਫਿਰ ਜੋੜ ਲੈਣਾ। ਜਦੋਂ ਵੀ ਸਾਧਨਾ 'ਚ ਬੈਠਦੇ ਹੋ ਉਦੋਂ ਹੀ ਸਾਨੂੰ ਇਹ ਮਹਿਸੂਸ ਹੁੰਦਾ ਵੀ ਮਨ ਨਹੀਂ ਟਿਕਦਾ। ਜਦੋਂ ਤੁਸੀਂ ਬਾਣੀ ਪੜ੍ਹਨ ਲੱਗਦੇ ਹੋ, ਕਥਾ ਕੀਰਤਨ ਸੁਣਨ, ਉਦੋਂ ਤੁਹਾਨੂੰ ਪਤਾ ਲੱਗਦਾ ਕਿ ਮਨ ਨਹੀਂ ਟਿਕ ਰਿਹਾ। ਪਰ ਜਿਵੇਂ ਜਿਵੇਂ ਜਾਵੇ ਮੋੜ ਮੋੜ ਕੇ ਲੈ ਆਓ। ਫਿਰ ਇੱਕ ਦਿਨ ਇਹ ਅਭਿਆਸ ਕਰਦਿਆਂ ਕਰਦਿਆਂ ਐਸੀ ਅਵਸਥਾ ਪ੍ਰਾਪਤ ਹੋਵੇਗੀ ਕਿ ਇਹ ਟਿਕ ਜਾਏਗਾ। ਇਹ ਅਭਿਆਸ ਹੈ। ਇਹ ਅਭਿਆਸ ਕਰਨ ਵਾਲੇ ਸਿੱਖ ਨੂੰ ਕਹਿੰਦੇ ਨੇ ਅਭਿਆਸੀ ਸਿੱਖ। ਇਹ ਅਭਿਆਸ ਕਰਨਾ। ਜਿਵੇਂ ਇੱਕ ਜ਼ਿਮੀਂਦਾਰ ਦੇ ਘਰ ਕੰਮਕਾਰ ਬੜਾ ਸੀ। ਮੰਡੀ ਲੱਗੀ ਤੇ ਇੱਕ ਮੰਡੀ 'ਚ ਜਿੰਨ ਵਿਕਦਾ ਸੀ। ਉਹਨੇ ਆਖਿਆ ਵੀ ਇਹ ਜਿੰਨ ਦੀ ਕੀ ਖਾਸੀਅਤ ਹੈ? ਕਹਿੰਦਾ ਇਹਦੀ ਇਹ ਖਾਸੀਅਤ ਹੈ ਵੀ ਇਹ ਵਿਹਲਾ ਨਹੀਂ ਰਹਿ ਸਕਦਾ, ਵੀ ਜਿਹੜਾ ਕੰਮ ਦੇਣਾ ਕੰਮ ਕਰਕੇ ਫਿਰ ਆ ਜਾਣਾ ਇਹਨੇ। ਕਹਿੰਦਾ ਇਹੋ ਜਿਹਾ ਬੰਦਾ ਤਾਂ ਮੈਨੂੰ ਚਾਹੀਦਾ ਹੈ, ਕੰਮ ਮੇਰੇ ਬੜੇ ਨੇ। ਕਹਿੰਦੇ ਪਰ ਇੱਕ ਇਹਦੀ ਕਮਜ਼ੋਰੀ ਵੀ ਆ, ਉਹ ਵੀ ਸੁਣ ਲੈ, ਵੀ ਜਦੋਂ ਇਹਨੂੰ ਕੰਮ ਨਾ ਮਿਲਿਆ ਇਹਨੇ ਤੈਨੂੰ ਮਾਰ ਦੇਣਾ। ਇਹ ਉਦੋਂ ਤੱਕ ਹੀ ਆ ਤੇਰੇ ਲਈ ਲਾਹੇਵੰਦ ਜਦੋਂ ਤੱਕ ਇਹਨੂੰ ਕੰਮ ਦਿੰਦਾ ਰਹੇਗਾ। ਜੇ ਕੰਮ ਤੇਰੇ ਮੁੱਕ ਗਏ, ਇਹਨੂੰ ਤੂੰ ਕੰਮ ਨਾ ਦਿੱਤਾ, ਫਿਰ ਇਹਨੇ ਤੈਨੂੰ ਮਾਰ ਦੇਣਾ। ਕਹਿੰਦਾ ਕੋਈ ਗੱਲ ਹੀ ਨਹੀਂ, ਮੇਰੇ ਕੰਮ ਹੀ ਇਹਨੇ ਨੇ ਮੁੱਕਣੇ ਕਿੱਥੇ ਨੇ। ਲੈ ਆਇਆ, ਜਿਹੜਾ ਕੰਮ ਦੱਸਿਆ ਕਰੇ ਝਟ ਕਰਕੇ ਆ ਜਾਇਆ ਕਰੇ, ਜਿਹੜਾ ਦੱਸਿਆ ਕਰੇ ਝਟ ਕਰਕੇ ਆ ਜਾਇਆ ਕਰੇ। ਇਹਨੂੰ ਹੁਣ ਚਿੰਤਾ ਪੈ ਗਈ ਵੀ ਮੈਂ ਇਹਨੂੰ ਕੰਮ ਆਖਾਂ ਕੀ। ਜਿਹੜਾ ਕੰਮ ਕਿਹਾ ਕਰੇ ਕਰਕੇ ਫਿਰ ਆ ਜਾ ਕਰੇ। ਮਹਾਰਾਜ ਹੁਕਮ ਆਕਾ। ਬੜੀ ਚਿੰਤਾ ਵਿੱਚ ਵੀ ਜੇ ਹੁਣ ਇਹਨੂੰ ਵਿਹਲਾ ਛੱਡਿਆ ਨੇ ਮੈਨੂੰ ਮਾਰ ਦੇਣਾ। ਲੜਕੀ ਇਹਦੀ ਬੜੀ ਸਿਆਣੀ, ਉਹਨੇ ਆਖਿਆ ਪਿਤਾ ਜੀ ਕੀ ਗੱਲ? ਕਹਿੰਦਾ ਆਹ ਗੱਲ ਹੈ। ਕਹਿੰਦੀ ਇਹ ਤਾਂ ਕੋਈ ਵੱਡੀ ਗੱਲ ਹੀ ਕੋਈ ਨਹੀਂ, ਵੀ ਹੁਣ ਆਵੇ ਤੇ ਇਹ ਕੰਮ ਕਹਿ ਦੀ ਵੀ ਵਿਹੜੇ ਦੇ ਵਿੱਚ ਬਾਂਸ ਗੱਡ ਲੈ, ਚੜੀ ਚੱਲ ਤੇ ਉਤਰੀ ਚੱਲ। ਉਹ ਆਇਆ, ਕਹਿੰਦਾ ਹੁਣ ਕਰੋ ਹੁਕਮ ਹਾਕਾ। ਕਹਿੰਦਾ ਬਾਂਸ ਗੱਡ ਵਿਹੜੇ 'ਚ, ਚੜੀ ਚੱਲ ਤੇ ਉਤਰੀ ਚੱਲ। ਜਿਉਂ ਚੜਨ ਲੱਗਾ ਉਤਰਨ ਲੱਗਾ, ਚੜਨ ਲੱਗਾ ਉਤਰਨ ਲੱਗਾ, ਆਖਰਕਾਰ ਥੱਕ ਗਿਆ। ਕਹਿੰਦਾ ਜੀ ਮੇਰੀ ਜਾਨ ਛੱਡੋ। ਕਹਿੰਦਾ ਜਾ ਹੁਣ ਟੁਰਦਾ ਮਨ। ਤਕਰੀਬਨ ਉਹ ਜਿਹੜਾ ਜਿੰਨ ਹੈ ਨਾ, ਅਸਲ ਵਿੱਚ ਸਾਡਾ ਮਨ ਹੈ। ਇਹ ਵੀ ਵਿਹਲਾ ਨਹੀਂ ਰਹਿੰਦਾ। ਪਰ ਜਦੋਂ ਇਹਨੂੰ ਇਹ ਸਾਰੇ ਲਾ ਦਿਓ, ਇਹ ਲੱਗ ਜਾ ਚੜੀ ਚੱਲ ਬਾਂਸ ਤੇ ਉਤਰੀ ਚੱਲ, ਵਾਹਿਗੁਰੂ ਵਾਹਿਗੁਰੂ, ਆਹ ਬਾਂਸ ਹੀ ਹੈ, ਇਹਦੇ ਤੇ ਚੜੀ ਚੱਲ ਉਤਰੀ ਚੱਲ। ਇੱਕ ਦਿਨ ਐਸਾ ਹੋਵੇਗਾ ਵੀ ਐਨ ਟਿਕ ਕੇ ਆਖੇਗਾ ਵੀ ਬਸ ਮਹਾਰਾਜ ਹੁਣ ਮੈਂ ਇੱਥੇ ਟਿਕ ਕੇ ਸ਼ਾਂਤ। ਜਦੋਂ ਇਹ ਟਿਕ ਗਿਆ, ਬਸ ਉਸੇ ਦਿਨ ਪਰਮ ਆਨੰਦ ਦੀ ਅਵਸਥਾ ਦੀ ਪ੍ਰਾਰੰਭਤਾ ਹੋ ਜਾਏਗੀ। ਆਤਮ ਆਨੰਦ ਉਸੇ ਦਿਨ ਹੀ ਝਲਕੇਗਾ। ਮਹਾਰਾਜ ਕਹਿੰਦੇ ਮੋੜ ਮੋੜ ਕੇ ਲਿਆਓ ਇਹਨੂੰ। ਗੁਰਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਸਤਿਗੁਰਾਂ ਦੇ ਬਚਨ ਸੁਣ ਕੇ ਸੋ ਪ੍ਰਾਪਤ ਹੋਏ ਕਲਿਆਣਾ। ਭਾਈ ਜੋਧਾ ਤੇ ਭਾਈ ਜਾਮੂ ਜੀ ਦੋਵੇਂ ਕਲਿਆਣ ਨੂੰ ਪ੍ਰਾਪਤ ਹੋ ਗਏ। ਮੰਝ ਕੇ ਸੰਗ ਪਿਰਾਣਾ ਆਇਓ। ਹੁਣ ਦੋ ਸਿੱਖ ਹੋਰ ਆਏ ਨੇ, ਇੱਕ ਦਾ ਨਾਂ ਹੈ ਭਾਈ ਮੰਝ ਤੇ ਦੂਜੇ ਦਾ ਨਾਂ ਹੈ ਭਾਈ ਪਿਰਾਣਾ। ਇਹ ਭਾਈ ਮੰਝ ਉਹੀ ਹੈ ਜਿਹਦੀ ਕਥਾ ਪਿੱਛੇ ਆਪ ਜੀ ਨੇ ਸਰਵਣ ਕਰ ਲਈ ਹੈ।
ਇਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਕੀਤਾ, ਭਾਈ ਮੰਝ ਦਾ। ਭਾਈ ਮੰਝ ਨੂੰ ਹੀ ਮੇਰੇ ਪਾਤਸ਼ਾਹ ਨੇ ਵਰ ਦਿੱਤਾ ਸੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਤੇ ਪਿੱਛੇ ਕਥਾ ਹੋ ਚੁੱਕੀ ਹੈ ਭਾਈ ਮੰਝ ਦੀ, ਕਿੱਡੀ ਕਰੜੀ ਘਾਲਣਾ ਘਾਲੀ। ਦੂਜਾ ਸੀ ਭਾਈ ਪਿਰਾਣਾ, ਇਹ ਵੀ ਬੜਾ ਸੂਰਮਾ ਸਿੱਖ ਹੋਇਆ। ਜਦੋਂ ਮਹਾਰਾਜ ਸ਼ਹੀਦੀ ਦੇਣ ਜਾਣਗੇ ਕਿ ਕਥਾ ਆਵੇਗੀ, ਉਦੋਂ ਇਹ ਨਾਲ ਗਿਆ ਸੀ। ਜਦੋਂ 6ਵੇਂ ਪਾਤਸ਼ਾਹ ਨੇ ਜੰਗ ਲੜਿਆ ਅੰਮ੍ਰਿਤਸਰ ਸਾਹਿਬ ਦਾ, ਉਦੋਂ ਭਾਈ ਪਿਰਾਣਾ ਜੀ ਉਸ ਜੰਗ 'ਚ ਮੌਜੂਦ ਸੀ। ਇਹ ਦੋ ਸਿੱਖ ਆਏ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ, ਇੱਕ ਦਾ ਨਾਂ ਹੈ ਭਾਈ ਮੰਝ ਤੇ ਦੂਜੇ ਦਾ ਨਾਂ ਹੈ ਭਾਈ ਪਿਰਾਣਾ। ਸਤਿਗੁਰ ਆਗੇ ਸੀਸ ਨਿਵਾਇਓ, ਦੋਨਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾਇਆ ਹੈ। ਦਿਓ ਉਪਦੇਸ਼ ਹੋਏ ਕਲਿਆਣੀ, ਕਹਿਣ ਲੱਗੇ ਮਹਾਰਾਜ ਸਾਨੂੰ ਉਪਦੇਸ਼ ਦਿਓ ਤਾਂ ਜੋ ਸਾਡੀ ਕਲਿਆਣ ਹੋ ਜਾਵੇ। ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੀ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਕਹਿਣ ਲੱਗੇ ਸਰਵਰ ਕੇ ਮੁਰੀਦ ਤੁਮ ਦੋ। ਖਾਲਸਾ ਜੀ, ਇਹ ਜਦੋਂ ਮਹਾਰਾਜ ਜੀ ਕੋਲ ਆਏ ਸੀ, ਇਹ ਸਖੀ ਸਰਵਰ ਦੇ ਚੇਲੇ ਸੀ ਦੋਵੇਂ, ਭਾਈ ਮੰਝ ਤੇ ਭਾਈ ਪਿਰਾਣਾ। ਪਿੱਛੇ ਆਪ ਜੀ ਨੇ ਸੁਣੀ ਹੈ ਭਾਈ ਮੰਝ ਦੀ ਕਥਾ। ਜਿਹੜਾ ਲਾਲਾ ਵਾਲਾ ਪੀਰ ਜਿਹਨੂੰ ਕਹਿੰਦੇ ਸਖੀ ਸਰਵਰ, ਉਹਦੇ ਇਹ ਮੁਰੀਦ ਸੀ। ਉਹਨਾਂ ਦੀ ਜਗ੍ਹਾ ਘਰ 'ਚ ਬਣਾਈ, ਉਹਦੀ ਕਬਰ ਬਣਾਈ ਹੋਈ ਸੀ ਘਰ। ਮਹਾਰਾਜ ਜੀ ਕਹਿੰਦੇ ਵੀ ਤੁਸੀਂ ਦੋਵੇਂ ਸਰਵਰ ਦੇ ਮੁਰੀਦ ਹੋ। ਜਿਹੜਾ ਸਖੀ ਸਰਵਰ ਹੈ ਲਾਲਾ ਵਾਲਾ ਪੀਰ, ਉਹਨੂੰ ਤੁਸੀਂ ਮੰਨਦੇ ਹੋ। ਸਿੱਖੀ ਕਠਨ ਕਮਾਏ ਨ ਸੋ, ਗੁਰੂ ਦੀ ਸਿੱਖੀ ਬੜੀ ਔਖੀ ਹੈ, ਇਹ ਨਹੀਂ ਤੁਹਾਡੇ ਕੋਲੋਂ ਕਮਾਈ ਜਾਣੀ, ਇਹ ਨਹੀਂ ਤੁਹਾਡੇ ਕੋਲੋਂ ਕਮਾ ਹੋਣੀ। ਕਹਿਣ ਲਗੇ ਤੁਮ ਦਰਸ਼ਨ ਭਇਓ, ਇਹ ਅੱਗੋਂ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਤੁਹਾਡੇ ਦਰਸ਼ਨ ਹੋਏ ਨੇ। ਤਬ ਤੇ ਹਮਰੋ ਮਨ ਫਿਰ ਗਇਓ, ਜਦੋਂ ਦੇ ਤੁਹਾਡੇ ਦਰਸ਼ਨ ਹੋਏ ਨੇ ਸਾਨੂੰ, ਉਦੋਂ ਦਾ ਸਾਡਾ ਮਨ ਉਸ ਪੀਰ ਵੱਲੋਂ ਫਿਰ ਗਿਆ, ਸਰਵਰ ਸਖੀ ਸਰਵਰ ਵੱਲੋਂ ਫਿਰ ਗਿਆ। ਹਿੰਦੂ ਜਨਮ ਹਮ ਤੁਰਕ ਮਨਾਵੇ, ਮਹਾਰਾਜ ਸਾਨੂੰ ਸਮਝ ਪੈ ਗਈ ਵੀ ਅਸੀਂ ਹਿੰਦੂਆਂ ਦੇ ਘਰਾਂ 'ਚ ਜੰਮੇ ਤੇ ਤੁਰਕ ਦੀ ਪੂਜਾ ਕਰਦੇ ਆਂ। ਹਿੰਦੂਆਂ ਦੇ ਘਰ 'ਚ ਜੰਮ ਕੇ ਤੁਰਕ ਨੂੰ ਅਸੀਂ ਪੂਜਦੇ ਫਿਰਦੇ ਆਂ। ਮਹਾਰਾਜ ਇਹ ਸਾਨੂੰ ਸਮਝ ਪਈ ਐ। ਗਇਓ ਧਰਮ ਪਰ ਲੋਕ ਗਵਾਵੇ, ਸਾਡਾ ਧਰਮ ਵੀ ਗਿਆ ਤੇ ਸਾਡਾ ਪਰਲੋਕ ਵੀ ਗਵਾਚ ਗਿਆ। ਸੁਨ ਗੁਰ ਕਹਿਓ ਜਾਓ ਨਿਜ ਧਾਮ, ਮਹਾਰਾਜ ਜੀ ਹੁਣ ਅਸੀਂ ਤੁਹਾਡੇ ਸਿੱਖ ਬਣਨ ਲਈ ਆਏ ਆਂ, ਸਾਨੂੰ ਆਪਣਾ ਸਿੱਖ ਬਣਾਓ। ਮਹਾਰਾਜ ਕਹਿੰਦੇ ਫਿਰ ਪਹਿਲਾਂ ਉਹਦੀ ਸਿੱਖੀ ਛੱਡਣੀ ਪੈਣੀ ਹੈ, ਕਿ ਦੋਵਾਂ ਦੀ ਸਿੱਖੀ ਨਹੀਂ ਗੱਲ ਬਣਨੀ। ਉਹਦੀ ਜਿਹੜੀ ਘਰ 'ਚ ਤੁਸੀਂ ਕਬਰ ਬਣਾਈ ਆ, ਆਪਣੇ ਘਰ 'ਚ ਜਾਓ, ਪਹਿਲਾਂ ਆਪਣੇ ਘਰ ਜਾ ਕੇ ਪ੍ਰਥਮ ਢਾਓ ਸੁਲਤਾਨ ਮੁਕਾਮ, ਉਹਦੀ ਜਿਹੜੀ ਕਬਰ ਤੁਸੀਂ ਆਪਣੇ ਘਰ 'ਚ ਬਣਾਈ ਬੈਠੇ ਹੋ, ਪਹਿਲਾਂ ਉਹ ਜਾ ਕੇ ਢਾਓ, ਉਹ ਪੁੱਟੋ ਆਪਣੇ ਘਰੋਂ, ਉਹਨੂੰ ਪੁੱਟ ਕੇ ਪਹਿਲਾਂ ਆਪਣੇ ਘਰ 'ਚੋਂ ਦੂਰ ਕਰੋ। ਪੁਨ ਆਵੋ ਹਮ ਸਿੱਖ ਬਣਾਵੇ, ਫਿਰ ਆਇਓ ਜੇ ਸਾਡੇ ਕੋਲ, ਫਿਰ ਅਸੀਂ ਤੁਹਾਨੂੰ ਆਪਣਾ ਸਿੱਖ ਕਰਾਂਗੇ। ਪਹਿਲਾਂ ਉਹਦੀ ਸਿੱਖੀ ਛੱਡੋ, ਯਾਨੀ ਕਿ ਉਹਦੀ ਜਿਹੜੀ ਜਗ੍ਹਾ ਘਰ 'ਚ ਬਣਾਈ ਬੈਠੇ ਹੋ, ਉਹ ਘਰੋਂ ਪਹਿਲਾਂ ਦੂਰ ਕਰੋ। ਕਈ ਸਿੱਖਾਂ ਦੇ ਘਰਾਂ ਵਿੱਚ ਪੀਰਾਂ ਦੀਆਂ ਜੋਤਾਂ ਜਗਦੀਆਂ ਹੈਣ। ਸਿੱਖ ਜਦੋਂ ਕਿਤੇ ਪੁੱਛੋ ਵੀ ਐਸਾ ਕਿਉਂ, ਕਹਿੰਦੇ ਜੀ ਕੀ ਕਰੀਏ ਜੀ, ਪੀਰ ਤੰਗ ਬੜਾ ਕਰਦਾ ਸੀ, ਕਹਿੰਦਾ ਸੀ ਸਾਡੀ ਜੋਤ ਜਗਾਓ, ਤਾਂ ਜਗਾਉਨੇ ਆ। ਜਦੋਂ ਗੁਰਬਾਣੀ ਨਹੀਂ ਪੜ੍ਹਨੀ ਤੇ ਫਿਰ ਉਹਨਾਂ ਨੇ ਤੰਗ ਕਰਨਾ ਹੀ ਹੈ। ਸਿੱਖ ਦੇ ਘਰ ਵਿੱਚ ਪੀਰ ਦੀ ਜੋਤ ਦਾ ਕੀ ਕੰਮ, ਸਿੱਖ ਦੇ ਘਰ ਵਿੱਚ ਪੀਰ ਦੀ ਜਗ੍ਹਾ ਦਾ ਕੀ ਕੰਮ। ਇੱਕ ਸਿੱਖ ਪੀਰ ਦੀ ਕਬਰ ਤੇ ਖਲੋਤਾ ਕੀ ਕਰਦਾ, ਉਹ ਸਿੱਖ ਸਿੱਖ ਹੀ ਨਹੀਂ ਹੋ ਸਕਦਾ ਜਿਹੜਾ ਪੀਰਾਂ ਨੂੰ ਜਾ ਕੇ, ਕਬਰਾਂ ਨੂੰ ਜਾ ਕੇ ਸਿਰ ਝੁਕਾਉਂਦਾ ਫਿਰੇ, ਮੁਰਦਿਆਂ ਨੂੰ। ਨਾਲੇ ਆ ਜਿਹੜੇ ਬਹੁਤੇ ਪੀਰ ਬਣੇ ਹੋਏ ਨੇ ਨਾ ਬਹੁਤੀਆਂ ਥਾਵਾਂ ਤੇ, ਕਈ ਪੀਰ ਤਾਂ ਸਾਡੇ ਵੇਖਦਿਆਂ ਵੇਖਦੇ ਹੀ ਬਣੇ। ਪਹਿਲਾਂ ਕੁਝ ਨਹੀਂ ਸੀ ਹੁੰਦਾ,
ਕਿਸੇ ਨੇ 2 ਕਿੱਟਾਂ ਰੱਖ ਕੇ ਉੱਤੇ ਦੀਵਾ ਜਿਹਾ ਜਗਾ ਦਿੱਤਾ ਸਰੋਂ ਦੇ ਤੇਲ ਦਾ। 15 ਕੁ ਦਿਨਾਂ 'ਚ ਉਹ 2 ਇੱਟਾਂ ਜਿਹੜੀਆਂ ਸੀ 15-20 ਇੱਟਾਂ 'ਚ ਬਦਲ ਗਈਆਂ। ਸਾਲ 2 ਸਾਲਾਂ ਦੇ ਵਿੱਚ ਉੱਥੇ ਇੱਕ ਵੱਡਾ ਜਿਹਾ ਕੋਠਾ ਬਣ ਗਿਆ। ਆਲੇ ਦੁਆਲੇ ਜਗ੍ਹਾ ਸਰਕਾਰੀ ਥਾਵਾਂ ਨੇ ਵੜ ਕੇ ਇਕੱਠੀਆਂ ਕਰ ਲਈਆਂ। ਵੇਖਦਿਆਂ ਵੇਖਦੇ ਹੀ ਬਣੇ। ਉਹਨਾਂ ਦੇ ਨਾਂ ਬਣਾ ਦਿੱਤੇ, 9 ਗਜਾ ਪੀਰ ਹੈ, 11 ਗਜਾ ਪੀਰ ਹੈ, ਫਲਾਣਾ ਪੀਰ ਹੈ। ਏਦਾਂ ਉਹਨਾਂ ਦੀ ਪੂਜਾ ਸ਼ੁਰੂ ਹੋ ਗਈ। ਮਹਾਰਾਜ ਜੀ ਕਹਿੰਦੇ ਜਾਓ ਪਹਿਲਾਂ ਉਹ ਢਾਓ ਆਪਣੇ ਘਰ 'ਚ ਜਿਹੜੀ ਲਾਲਾਂ ਵਾਲੇ ਪੀਰ ਦੀ ਜਗ੍ਹਾ ਬਣਾਈ ਬੈਠੇ ਹੋ, ਫਿਰ ਆਇਓ ਸਾਡੇ ਕੋਲ, ਫਿਰ ਅਸੀਂ ਤੁਹਾਨੂੰ ਆਪਣਾ ਸਿੱਖ ਕਰਾਂਗੇ। ਸ਼ੁਭ ਆਪਨੋ ਉਪਦੇਸ਼ ਬਤਾਵੇਂ, ਤੁਹਾਨੂੰ ਅਸੀਂ ਆਪਣਾ ਸ਼ੁਭ ਉਪਦੇਸ਼ ਫਿਰ ਦੱਸਾਂਗੇ। ਸੁਨਤ ਜਾਏ ਤਿਸ ਥਾਨ ਬਿਦਾਰਾ। ਇਹ ਮਹਾਰਾਜ ਜੀ ਦੇ ਬਚਨ ਸੁਣ ਕੇ ਗਏ ਤੇ ਘਰ ਜਾ ਕੇ ਪਹਿਲਾਂ ਉਹ ਕਬਰਾਂ ਢਾਈਆਂ ਜਿਹੜੀਆਂ ਇਹਨਾਂ ਘਰਾਂ ਵਿੱਚ ਇਹਨਾਂ ਦੇ ਬਣੀਆਂ ਸਨ। ਗੁਰ ਟਿਗ ਆਏ ਪ੍ਰਸੰਗ ਉਚਾਰਾ। ਚੰਗੀ ਤਰ੍ਹਾਂ ਢਾ ਕੇ ਉੱਥੋਂ ਦੀਆਂ ਕਹਿੰਦੇ ਮਿੱਟੀ ਤੱਕ ਵੀ ਚੁੱਕ ਕੇ ਬਾਹਰ ਸੁੱਟ ਕੇ ਐਨ ਸਾਫ਼ ਕਰਕੇ ਜਗ੍ਹਾ ਫਿਰ ਆਏ ਮਹਾਰਾਜ ਜੀ ਦੇ ਕੋਲ। ਸ਼੍ਰੀ ਮੁਖ ਤੇ ਸੇਵਾ ਫੁਰਮਾਈ। ਮਹਾਰਾਜ ਜੀ ਨੇ ਬਚਨ ਕੀਤਾ ਵੀ ਜਾਓ ਹੁਣ ਸੇਵਾ ਕਰੋ। ਵੀ ਸੇਵਾ ਤੋਂ ਬਿਨਾਂ ਅੰਤਸ਼ਕਰਨ ਸ਼ੁੱਧ ਨਹੀਂ ਸੀ ਹੋਣਾ। ਮਹਾਰਾਜ ਜੀ ਕਹਿੰਦੇ ਵੀ ਸੇਵਾ ਕਰੋ। ਮੰਜ ਵਹਿਰ ਤੇ ਈਂਧਨ ਲਿਆਈ। ਮਹਾਰਾਜ ਜੀ ਕਹਿੰਦੇ ਭਾਈ ਮੰਝ ਤੂੰ ਲੱਕੜਾਂ ਲਿਆਇਆ ਕਰ ਗੁਰੂ ਕੇ ਲੰਗਰਾਂ ਵਾਸਤੇ ਜੰਗਲ ਚੋਂ ਚੁਣ ਕੇ। ਤੂੰ ਚੁੱਲੇ ਝੋਕਨ ਪਰ ਰਹੋ। ਭਾਈ ਪ੍ਰਾਣਾ ਜੀ ਤੂੰ ਚੁੱਲ੍ਹਾ ਝੋਂਕਣ ਤੇ ਰਹਿਣਾ, ਲੋਹ ਦੇ ਉੱਤੇ ਲੱਕੜਾਂ ਤੂੰ ਝੋਂਕਣੀਆਂ ਨੇ, ਲੋਹ ਦੇ ਵਿੱਚ ਅੱਗ ਤੂੰ ਬਾਲਣੀ ਹੈ। ਇਹ ਸਿੱਖਨ ਕੀ ਸੇਵਾ ਲਓ। ਆ ਸੇਵਾ ਗੁਰਸਿੱਖਾਂ ਦੀ ਕਰੋ। ਅੰਤੈ ਕਰਨ ਸ਼ੁੱਧ ਹੋਏ ਜਬੈ। ਇਦਾਂ ਸੇਵਾ ਕਰਦਿਆਂ ਕਰਦਿਆਂ ਜਦੋਂ ਤੁਹਾਡਾ ਅੰਤਸ਼ਕਰਨ ਬਿਲਕੁਲ ਨਿਰਮਲ ਤੇ ਸ਼ੁੱਧ ਹੋ ਜਾਵੇਗਾ, ਹਮ ਉਪਦੇਸ਼ ਬਤਾਵੇਂ ਤਬੇ। ਫਿਰ ਅਸੀਂ ਤੁਹਾਨੂੰ ਉਪਦੇਸ਼ ਦੇਵਾਂਗੇ। ਫਿਰ ਤੁਹਾਡੇ ਤੇ ਕਰੁਣਾ ਹੋਵੇਗੀ ਗੁਰੂ ਨਾਨਕ ਦੀ, ਫਿਰ ਉਪਦੇਸ਼ ਦੇਵਾਂਗੇ। ਨਿਤ ਗੁਰ ਸ਼ਬਦ ਸੁਨੋ ਮਨ ਲਾਏ। ਰੋਜ਼ ਗੁਰਬਾਣੀ ਸੁਣਿਆ ਕਰੋ ਮਨ ਲਾ ਕੇ। ਕਥਾ ਕੀਰਤਨ ਹੋਏ ਜਿਸ ਥਾਏ। ਜਦੋਂ ਸੰਗਤ ਵਿੱਚ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਬਹਿ ਕੇ ਸੁਣਿਆ ਕਰੋ। ਸਿੱਖਨ ਝੂਠੇ ਬਾਸਨ ਜੋਏ। ਗੁਰਸਿੱਖਾਂ ਦੇ ਜਿਹੜੇ ਝੂਠੇ ਭਾਂਡੇ ਹਨ, ਕਰੋ ਪਖਾਰਨ ਮਾਂਜਨ ਸੋਏ। ਭਾਂਡੇ ਮਾਂਜਣੇ ਨੇ, ਭਾਂਡੇ ਧੋਣ ਦੀ ਸੇਵਾ ਵੀ ਤੁਸੀਂ ਕਰਨੀ ਹੈ। ਸੁਨ ਕਰ ਸੇਵ ਲਗੇ ਹਰ ਖਾਏ। ਗੁਰਦੇਵ ਦੇ ਬਚਨ ਸੁਣ ਕੇ ਸੇਵਾ ਵਿੱਚ ਲੱਗ ਗਏ ਬੜੀ ਖੁਸ਼ੀ ਨਾਲ। ਚਿਰੰਕਾਲ ਗੁਰ ਸੰਗਤ ਪਾਏ। ਇਹ ਤਾਂ ਕਾਫੀ ਸਮੇਂ ਤੱਕ ਗੁਰੂ ਕੀ ਸੰਗਤ ਇਹਨਾਂ ਨੇ ਕੀਤੀ। ਭਇਓ ਪਿਰਾਣਾ ਸਿੱਧ ਵਿਸਾਲਾ। ਭਾਈ ਪਿਰਾਣਾ ਜੀ ਮਹਾਨ ਸਿੱਧ ਪੁਰਸ਼ ਹੋ ਨਿਬੜੇ। ਬ੍ਰਹਮ ਗਿਆਨ ਲੈ ਸਦਾ ਸੁਖਾਲਾ। ਔਰ ਆਤਮ ਗਿਆਨ ਦੀ ਸੋਝੀ ਭਾਈ ਪ੍ਰਾਣਾ ਜੀ ਦੇ ਹਿਰਦੇ 'ਚ ਉਜਾਗਰ ਹੋ ਗਈ। ਅੰਤ ਪ੍ਰਯੰਤ ਰਹਿਓ ਗੁਰ ਤੀਰ। ਅੰਤਲੇ ਸਾਹ ਤੱਕ ਭਾਈ ਪ੍ਰਾਣਾ ਜੀ ਗੁਰੂ ਸਾਹਿਬ ਦੇ ਨਾਲ ਰਹੇ। ਸੇਵੇ ਸ਼੍ਰੀ ਹਰਿ ਗੋਬਿੰਦ ਧੀਰ। ਔਰ ਭਾਈ ਪ੍ਰਾਣਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਸੇਵਾ ਕੀਤੀ। ਬਾਅਦ ਵਿੱਚ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ 'ਚ ਗਏ, 5 ਸਿੱਖ ਗਏ ਸੀ ਨਾ, ਉਹਨਾਂ 5 'ਚ ਭਾਈ ਪ੍ਰਾਣਾ ਜੀ ਵੀ ਨਾਲ ਸਨ। ਹਾਂਜੀ। ਕਥਾ ਮੰਝ ਕੀ ਅਪਰ ਸਥਾਨ। ਭਾਈ ਮੰਝ ਦੀ ਜਿਹੜੀ ਕਥਾ ਹੈ ਉਹ ਕਹਿੰਦੇ ਪਿੱਛੇ ਹੋਰ ਜਗ੍ਹਾ ਤੇ ਵਰਣਨ ਕਰੀ ਸੁਨੋ ਸਿੱਖ ਕਾਨ। ਉਹ ਕਥਾ ਅਸੀਂ ਭਾਈ ਸਾਹਿਬ ਕਹਿੰਦੇ ਪਿੱਛੇ ਵਰਣਨ ਕਰ ਚੁੱਕੇ ਹਾਂ। ਦੂਜੀ ਰਾਸ ਦੇ 43ਵੇਂ ਔਰ 44ਵੇਂ ਅੰਸ਼ੂ ਦੇ ਵਿੱਚ। ਹੁਣ ਤੀਜੀ ਰਾਸ ਚੱਲ ਰਹੀ ਹੈ। ਦੂਜੀ ਰਾਸ ਦੇ 43ਵੇਂ ਔਰ 44ਵੇਂ ਅੰਸ਼ੂ ਵਿੱਚ ਭਾਈ ਮੰਝ ਦੀ ਉਹ ਪਵਿੱਤਰ ਕਥਾ ਭਾਈ ਸਾਹਿਬ ਜੀ ਕਹਿੰਦੇ ਅਸੀਂ ਪਿੱਛੇ ਵਰਣਨ ਕਰ ਚੁੱਕੇ ਹਾਂ, ਜੋ ਤੁਸੀਂ ਸਾਰਿਆਂ ਨੇ ਸੁਣੀ ਕਿ ਕਿਵੇਂ ਭਾਈ ਮੰਝ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੇ। ਹਮ ਜਾ ਜੱਜਾ ਮਿਲ ਜੁਗ ਭਰਾਤ। ਇਹ ਦੋਵੇਂ ਸਿੱਖ ਭਾਈ ਪ੍ਰਾਣਾ ਔਰ ਭਾਈ ਮੰਝ ਬੜੀ ਉੱਚ ਅਵਸਥਾ ਦੇ, ਉੱਚ ਕੋਟੀ ਦੇ ਮਹਾਨ ਸਿੱਖ ਗੁਰੂ ਸਾਹਿਬ ਦੇ ਹੋਏ। ਇਸੇ ਤਰ੍ਹਾਂ ਹੋਰ ਸਿੱਖ ਮਹਾਰਾਜ ਜੀ ਕੋਲ ਆਏ। ਇੱਕ ਦਾ ਨਾਂ ਹੈ ਭਾਈ ਹਮਜ਼ਾ,
ਦੂਜੇ ਦਾ ਨਾਂ ਹੈ ਭਾਈ ਜੱਜਾ। ਇਹ ਦੋਵੇਂ ਭਰਾ ਸਨ, ਭਾਈ ਹਮਜ਼ਾ ਤੇ ਭਾਈ ਜੱਜਾ। ਬਾਲਾ ਮਰਵਾਹਾ ਵਖਿਆਤ। ਤੀਜਾ ਹੈ ਭਾਈ ਬਾਲਾ ਮਰਵਾਇਆ। ਇਹਨਾਂ ਦਾ ਗੋਤ ਸੀ ਖੱਤਰੀ ਗੋਤਾਂ ਦੇ ਵਿੱਚੋਂ। ਅਪਰ ਉਹਰੀ ਨਾਨੋ ਆਇਓ। ਫਿਰ ਭਾਈ ਨਾਨੂ ਉਹਰੀ ਉਹ ਵੀ ਆਏ ਹਨ। ਸੂਰੀ ਹੁਤੋ ਚੌਧਰੀ ਗਾਇਓ। ਭਾਈ ਸੂਰੀ ਜੋ ਨਗਰ ਦੇ ਚੌਧਰੀ ਸਨ, ਇਹ ਵੀ ਚੱਲ ਕੇ ਆਏ ਮਹਾਰਾਜ ਜੀ ਦੇ ਚਰਨਾਂ 'ਚ। ਜਿਵੇਂ ਪਾਤਸ਼ਾਹ ਇਹਨਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।